ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਗਰੀਬ ਨਵਾਜ ਪਾਤਸ਼ਾਹ ਨੇ ਸ਼ਾਮ ਦਾ ਸਮਾਂ ਸਤਸੰਗ ਦੀਆਂ ਘੜੀਆਂ ਬਖਸ਼ੀਆਂ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ। ਗੁਰੂ ਪੰਥ ਖਾਲਸੇ ਦੀ ਕਥਾ ਸ੍ਰੀ ਗੁਰੂ ਪੰਥ ਪ੍ਰਕਾਸ਼ ਰਚਿਤ ਗਿਆਨੀ ਗਿਆਨ ਸਿੰਘ ਜੀ ਲੜੀ ਵਹਿਤ ਆਪਾਂ ਇਹ ਕਥਾ ਪੜ੍ਹ ਸੁਣ ਰਹੇ ਹਾਂ। ਆਰੰਭ ਦੇ ਵਿੱਚ ਹੀ ਕਥਾ ਚੱਲ ਰਹੀ ਹੈ। ਇਹ ਦੱਸ ਰਹੇ ਨੇ ਗਿਆਨੀ ਜੀ ਕੱਲ ਆਪਾਂ ਇਹ ਕਥਾ ਵਿਚਾਰੀ ਪੜ੍ਹੀ ਸੁਣੀ ਕਿ ਜੋ ਇਸ ਦੇਸ਼ ਦੇ ਹਾਲਾਤ ਕੀ ਸੀ, ਕਿਸ ਤਰ੍ਹਾਂ ਦਾ ਸਮਾਂ ਆਇਆ, ਕਿਹੋ ਜਿਹੇ ਰਾਜੇ ਆਏ, ਕਦੋਂ ਫਿਰ ਗੁਰੂ ਪਾਤਸ਼ਾਹ ਜੀ ਨੇ ਅਵਤਾਰ ਲਿਆ। 10ਵੇਂ ਪਾਤਸ਼ਾਹ ਤੱਕ ਉਪਰੰਤ ਪੰਥ ਖਾਲਸੇ ਨੇ ਇਸ ਤਰ੍ਹਾਂ ਜ਼ੁਲਮਾਂ ਨੂੰ ਠੱਲ ਪਾਈ ਹੈ। ਜ਼ਾਲਮ ਜ਼ੁਲਮੀ ਬਦ ਇਨਸਾਫੀ ਡੰਡੇ ਸਭੀ ਨਾ ਛੰਡੇ ਮਾਫੀ। ਉਹ ਸਮਾਂ ਫਿਰ ਖਾਲਸੇ ਨੇ ਮਾਫੀ ਮੰਗਣ ਤੇ ਵੀ ਉਹਨਾਂ ਨੂੰ ਛੱਡਿਆ ਨਹੀਂ। ਆਓ ਅੱਗੇ ਪਿਆਰ ਸਤਿਕਾਰ ਦੇ ਸਹਿਤ ਜੋ ਕਥਾ ਆ ਰਹੀ ਹੈ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਰਕਨ ਕੋ ਭਲ ਭਾਂਤ ਬਿਦਾਰਿਓ। ਤੁਰਕਾਂ ਨੂੰ ਖਾਲਸੇ ਨੇ ਭਲੀ ਭਾਂਤ ਕਰਕੇ ਬਿਦਾਰਿਆ, ਖਤਮ ਕੀਤਾ। ਰਾਜ ਧਰਾ ਕਾ ਪੰਥ ਸੰਭਾਰਿਓ। ਉਹ ਸਮਾਂ ਆਇਆ ਜਦੋਂ ਖਾਲਸੇ ਨੇ ਇਸ ਧਰਤੀ ਦੇ ਰਾਜ ਨੂੰ ਸੰਭਾਲਿਆ। ਬਦ ਕਰਮੀ ਬਦ ਅਗੀ ਏਣ ਤਬ। ਜਿਹੜੇ ਭਾਈ ਮਾੜੇ ਕਰਮਾਂ ਵਾਲੇ, ਮਾੜੇ ਕਰਮ ਕਰਨ ਵਾਲੇ ਬਦ ਕਰਮੀ ਸਨ। ਬਦ ਅਗੀ ਏਣ ਤਬ ਤੇ ਉਹ ਏਣ ਕਹਿੰਦੇ ਨੇ ਹਰਨ ਨੂੰ। ਐਸੇ ਕਹਿੰਦੇ ਮਾੜੇ ਕੁਕਰਮ ਕਰਨ ਵਾਲੇ, ਮਾੜੇ ਕਰਮ ਕਰਨ ਵਾਲੇ
ਬਦ ਅਗੀ ਭੈੜੇ ਪਾਪ ਕੁਕਰਮ ਕਰਨ ਵਾਲੇ ਜਿਹੜੇ ਹਰਨ ਰੂਪ ਸਨ। ਭਏ ਸ਼ਿਕਾਰ ਖਾਲਸੇ ਕੇ ਸਭ, ਉਹ ਸਾਰੇ ਖਾਲਸੇ ਦੇ ਸ਼ਿਕਾਰ ਬਣ ਗਏ। ਸੁਕ੍ਰਿਤ ਲੱਗੇ ਕਰਨ ਨਰ ਨਾਰੀ, ਮਾਈ ਭਾਈ ਸਾਰੇ ਖਾਲਸੇ ਦੇ ਰਾਜ ਵਿੱਚ ਸ਼ੁਭ ਕਿਰਤ ਕਰਨ ਲੱਗੇ। ਜਰ ਅਧਰਮ ਕੀ ਪਰਮ ਉਪਾਰੀ, ਧਰਮ ਤੇ ਇੱਕ ਹੁੰਦਾ ਆੜਾ ਲੱਗ ਕੇ ਅਧਰਮ, ਭਾਵ ਪਾਪਾਂ ਦੀ ਜੜ। ਅਧਰਮ ਬਦੀਆਂ ਦੀ ਜ਼ੁਲਮਾਂ ਦੀ ਜੜ ਜਿਹੜੀ ਹੈ ਪੁੱਟ ਦਿੱਤੀ। ਵੈਦਕ ਮਗ ਜੋ ਰਹਿਓ ਥਾ ਦਬ ਕੈ, ਜਿਹੜਾ ਵੈਦਿਕ ਮਾਰਗ ਸੀ ਪੁਰਾਤਨ ਧਰਮ ਦਾ ਜੋ ਦਬਿਆ ਹੋਇਆ ਸੀ। ਸੋ ਪਰ ਚੁਰ ਕੀਨੋ ਵਿਦ ਸਭ ਕੈ, ਉਹਨੂੰ ਸਭ ਤਰ੍ਹਾਂ ਕਰਕੇ ਪ੍ਰਚਲਿਤ ਕੀਤਾ। ਵਰਨ ਖਾਲਸਾ ਕ੍ਰਿਤਮ ਛਤਰੀ, ਗੁਰਾਂ ਦਾ ਜਿਹੜਾ ਕ੍ਰਿਤਮ ਹੈ, ਗੁਰੂ ਦੀ ਕ੍ਰਿਤ, ਗੁਰੂ ਦਾ ਬਣਾਇਆ ਹੋਇਆ ਖਾਲਸਾ ਛਤਰੀ ਵਰਨ। ਆਸ਼ਰਮ ਬ੍ਰਹਮਚਰੈ ਅਜਹਿ ਅਤਰੀ, ਔਰ ਜਿਹੜੇ ਭਾਈ ਸ਼ਸਤਰ ਅਸਤਰ ਇਹ ਖਾਲਸੇ ਨੇ ਧਾਰੇ ਨੇ ਅਤਰੀ, ਇਹੀ ਸਮਝੋ ਇਹ ਖਾਲਸੇ ਦਾ ਬ੍ਰਹਮਚਾਰੀ ਆਸ਼ਰਮ ਹੈ। ਛਤਰੀ ਜਾ ਹਰ ਸ਼ਸਤਰ ਧਾਰੀ, ਪ੍ਰਗਟ ਰੂਪ ਦੇ ਵਿੱਚ ਖਾਲਸਾ ਛਤਰੀ ਧਰਮ ਸ਼ਸਤਰ ਧਾਰੀ ਹੈ। ਪੜ੍ਹੈ ਨਿਰਮਲੇ ਸੁਰਤ ਬ੍ਰਹਮਚਾਰੀ, ਤੇ ਭਾਈ ਵੇਦ ਇਤਿਆਦਿਕ ਸ਼ਾਸਤਰਾਂ ਦਾ ਗਿਆਨ ਜਿਹੜੇ ਹੈ ਵਿਦਿਅਕ ਗਿਆਨ ਦੇ ਪੁਸਤਕਾਂ ਪੜ੍ਹਨ ਵਾਲੇ ਇਹ ਨਿਰਮਲੇ ਬ੍ਰਹਮਚਾਰੀ ਹਨ। ਗੁਰਦੁਆਰੀਏ ਸਿੱਖ ਆਚਾਰ ਹੈ। ਫਿਰ ਦੇਖੋ ਇਹ ਖਾਲਸੇ ਜਿਹੜੇ ਹੈ ਇਹ ਸਿੱਖ ਧਰਮ ਦਾ ਉਪਦੇਸ਼ ਕਰਨ ਵਾਲੇ, ਇਸ ਕਰਕੇ ਗੁਰੂ ਦੇ ਦਰ ਦੇ ਆਚਾਰੀਆ ਵੀ ਖਾਲਸੇ ਹੀ ਹਨ। ਯਾ ਬਿਦ ਪੰਥ ਭਇਓ ਗੁਰ ਆਰੈ, ਇਸ ਤਰ੍ਹਾਂ ਇਹ ਗੁਰੂ ਕਾ ਖਾਲਸਾ ਪੰਥ ਸਾਰਿਆਂ ਨਾਲੋਂ ਸ੍ਰੇਸ਼ਟ ਹੋਇਆ ਹੈ। ਔਰ ਸਿੱਖ ਸਿਦਕੀ ਜੇ ਨਾਮੀ, ਹੋਰ ਵੀ ਜਿਹੜੇ ਭਾਈ ਸਿਦਕੀ ਸਿੱਖ ਵੱਡੇ ਵੱਡੇ ਨਾਮੀ ਗੁਰਸਿੱਖ। ਭਏ ਮਨੀ ਸਿੰਘ ਲੋ ਅਬਿਰਾਮੀ, ਇਸ ਪੰਥ ਖਾਲਸੇ ਵਿੱਚ ਭਾਈ ਮਨੀ ਸਿੰਘ ਵਰਗੇ ਮਹਾਨ ਸੋਹਣੇ ਸੁੰਦਰ ਗੁਰੂ ਕੇ ਪਿਆਰੇ ਖਾਲਸੇ ਹੋਏ। ਜਿਨ ਜਿਨ ਸ੍ਰੀ ਗੁਰ ਪੰਥ ਬਰਧਨੋ, ਤੋ ਜਿਨ੍ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਸ੍ਰੀ ਗੁਰੂ ਮਹਾਰਾਜ ਦੇ ਇਸ ਪੰਥ ਨੂੰ ਵਧਾਇਆ। ਵਹਿ ਅਮਰ ਅਵਤਾਰ ਪ੍ਰਮਾਨੋ, ਉਹ ਜਾਣੋ ਕਿ ਅਮਰ ਕਈਏ ਦੇਵਤਿਆਂ ਦੇ ਅਵਤਾਰ ਸਨ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਤੁਸੀਂ ਸਾਰੇ ਦੇਵਤਿਆਂ ਨੇ ਮੇਰੇ ਪੰਥ ਸਿੱਖੀ ਧਰਮ ਦੇ ਵਿੱਚ ਜਨਮ ਲੈਣਾ। ਇਹ ਅਵਤਾਰੀ ਰੂਹਾਂ ਹੀ ਸੀ ਜਿਹੜੇ ਭਾਈ ਮਨੀ ਸਿੰਘ ਜੀ ਹੋਰ ਭਾਈ ਤਾਰੂ ਸਿੰਘ ਵਰਗੇ ਮਹਾਨ ਦੇਵਤੇ ਹੀ ਸਨ ਜਿਹੜੇ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖ ਬਣੇ ਅਵਤਾਰ ਲੈ ਕਰਕੇ। ਗੁਰੂ ਭਗਵਾਨ ਸਰੂਪ ਹੈ। ਹੁਣ ਜਿੰਨੇ ਦੇਵਤੇ ਆ ਉਹ ਭਗਵਾਨ ਦੇ ਤਾਬਿਆਦਾਰ ਹੀ ਹੈ, ਭਾਵ ਪਰਮੇਸ਼ਰ ਦੇ ਸਿੱਖ ਨੇ। ਇਸ ਕਰਕੇ ਭਾਈ ਉਹ ਗੁਰੂ ਕੇ ਮਹਾਨ ਐਸੇ ਸਿੱਖ ਅਵਤਾਰ ਮੰਨੇ ਹਨ ਜੋ ਦੇਵਤਿਆਂ ਦੇ ਅਮਰ ਅਵਤਾਰ, ਅਮਰ ਕਈਏ ਦੇਵਤਿਆਂ ਦੇ ਅਵਤਾਰ ਸਰੂਪ ਹਨ। ਨਾਮ ਸਭੀ ਕੇ ਅਬ ਜੇ ਗਾਉ, ਤੋ ਭਾਈ ਮਨੀ ਸਿੰਘ ਜੀ ਦਾ ਨਾਮ ਦੇ ਕੇ ਪ੍ਰਮਾਣ ਦੇਤਾ ਇੱਕ ਕਿਸ ਤਰ੍ਹਾਂ ਦੇ ਸਿੱਖ। ਜੇ ਕਹਿੰਦੇ ਭਾਈ ਸਾਰਿਆਂ ਦੇ ਨਾਮ ਮੈਂ ਇੱਥੇ ਗਾਉਣ ਜਾਂ ਕਹਿਣ ਲੱਗਿਆ, ਬੜੇ ਗ੍ਰੰਥ ਫਿਰ ਪਾਰ ਨ ਪਾਉ, ਤੇ ਗ੍ਰੰਥ ਬਹੁਤ ਵੱਧ ਜਾਣਾ, ਨਾਮ ਫਿਰ ਵੀ ਰਹਿ ਜਾਣਗੇ। ਇਤਨੇ ਹਨ ਜਹ ਜਹ ਕਥਾ ਉਨੋਂ ਕੀ ਐ ਹੈ, ਤੇ ਜਿੱਥੇ ਜਦੋਂ ਜਦੋਂ ਉਹਨਾਂ ਦੀ ਅੱਗੇ ਕਥਾ ਆਵੇਗੀ ਨਾਮ ਕਾਮ ਤੇ ਜਾਣੇ ਜੈ ਹੈ, ਤੁਹਾਨੂੰ ਅੱਗੇ ਭਾਈ ਉਹਨਾਂ ਦਾ ਨਾਮ ਤੇ ਉਹਨਾਂ ਦੇ ਕਰਮ ਬਾਰੇ ਜਾਣਕਾਰੀ ਹੋ ਜਾਵੇਗੀ। ਸ੍ਰੀ ਗੁਰ ਰੂਪ ਪੰਥ ਗੁਰ ਸਭ ਹੈ, ਇਹ ਜਿਹੜਾ ਗੁਰੂ ਕਾ ਪੰਥ ਹੈ ਨਾ ਸ੍ਰੀ ਗੁਰੂ ਮਹਾਰਾਜ ਦਾ ਹੀ ਸਰੂਪ ਹੈ। ਮਮ ਬੰਧਨ ਸਭ ਆਗੇ ਅਬ ਹੈ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮੇਰੀ ਭਾਈ ਸਾਰੇ ਗੁਰੂ ਕੇ ਪੰਥ ਅੱਗੇ ਬੰਦਨਾ ਹੈ।
हाथ जोड़ कर माथ चुकै कै। हाथ जोड़ करके सिर झुका करके श्री वाहिगुरु फतेह गजै कै। ते मैं भाई श्री वाहिगुरु जी का खालसा वाहिगुरु जी की फतेह गजाउंदा पंथ नूं। 10 गुर होए पूਰਨ अवतारू। ਜਿਹੜੇ 10 ਗੁਰੂ ਸਾਹਿਬਾਨ ਉਹ ਪੂਰਨ ਅਵਤਾਰ ਪਰਮੇਸ਼ਰ ਦਾ ਹਨ। ਆਪ ਹਰੀ ਖੰਡਿਓ ਧਰ ਭਾਰੂ। ਆਪ ਹਰੀ ਪਰਮੇਸ਼ਰ ਨੇ ਧਰ ਭਾਰੂ ਧਰਤੀ ਦੇ ਭਾਰ ਨੂੰ ਖੰਡਿਆ ਨਾਸ਼ ਕੀਤਾ। ਤੇਹ ਚਰਨਨ ਨਿਤ ਬੰਧਨ ਮੇਰੀ। 10 ਪਾਤਸ਼ਾਹੀਆਂ ਦੇ ਚਰਨਾਂ ਤੇ ਮੇਰੀ ਨਿਤ ਦੀ ਬੰਦਨਾ ਹੈ। ਕਾਟ ਦਈ ਜਿਨ ਬੰਧਨ ਬੇਰੀ। ਜਿਨ੍ਹਾਂ ਨੇ ਭਾਈ ਮੋਹ ਦੀ ਮਮਤਾ ਦੀਆਂ ਬੇੜੀਆਂ ਬੰਧਨਾਂ ਨੂੰ ਕੱਟ ਦਿੱਤਾ। ਦੈਸ ਕਬੀਰ ਮਰਗੇਸ਼ ਗੁਰੂ ਗੁਰੇਸ਼ਵਰ। ਫਿਰ ਕਹਿੰਦੇ ਦੈਸ ਕਬੀਰ ਮਰਗੇਸ਼ ਗੁਰੇਸ਼ਵਰ। ਫਿਰ ਮੇਰੇ ਭਾਈ ਜਿਹੜੇ ਉਪਦੇਸ਼ ਦਾਤਾ ਮੇਰੇ ਵਿਦਿਆ ਦਾਤਾ ਸੰਤ ਵੀਰ ਸਿੰਘ ਜੀ ਗਿਆਨੀ ਗਿਆਨ ਸਿੰਘ ਜੀ ਦੇ ਵਿਦਿਆ ਦਾਤਾ ਇਹ ਉਹਨਾਂ ਨੇ ਦੋ ਦਾ ਨਾਮ ਲਿਖਿਆ। ਮੁੱਖ ਰੂਪ ਦੇ ਵਿੱਚ ਸੰਤ ਵੀਰ ਸਿੰਘ ਜੀ ਨਿਰਮਲੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀ। ਉਸ ਉਪਰੰਤ ਪੰਡਿਤ ਤਾਰਾ ਸਿੰਘ ਜੀ ਨਰੋਤਮ ਉਹ ਪਟਿਆਲੇ ਰਹਿੰਦੇ ਸਨ। ਉਹਨਾਂ ਨੂੰ ਵੀ ਇਹਨਾਂ ਨੇ ਭਾਈ ਆਪਣੇ ਵਿਦਿਆ ਗੁਰੂ ਕਿਹਾ। ਪਰ ਮੁੱਖ ਰੂਪ ਵਿੱਚ ਸੰਤ ਵੀਰ ਸਿੰਘ ਜੀ ਦੈਸਕ ਵੀਰ ਮਰਗੇਸ਼। ਵੀਰ ਮਰਗੇਸ਼ ਭਾਵ ਵੀਰ ਸਿੰਘ ਮਰਗੇਸ਼ ਅਰਥ ਸਿੰਘ ਗੁਰੇਸ਼ਵਰ। ਉਹ ਭਾਈ ਮੇਰਾ ਗੁਰੂ ਭਾਵ ਵਿਦਿਆ ਦਾਤਾ ਮੇਰਾ ਈਸ਼ਵਰ ਗੁਰਮੁਖ ਪੁਰਸ਼ ਵਿਦਿਆ ਗੁਰੂ ਸ੍ਰੀ ਨਖੱਤਰ ਮਰਗੇਸ਼ਵਰ। ਤੇ ਫਿਰ ਮੇਰਾ ਭਾਈ ਵਿਦਿਆ ਗੁਰੂ ਸ੍ਰੀ ਨਖੱਤਰ ਮਰਗੇਸ਼ਵਰ। ਨਖੱਤਰ ਮਰਗੇਸ਼ ਇਹ ਵੀ ਆਪ ਜੀ ਨੇ ਦੱਸੇ। ਨਖੱਤਰ ਤਾਰਿਆਂ ਨੂੰ ਕਹਿੰਦੇ ਆ। ਮਰਗੇਸ਼ ਸਿੰਘ ਭਾਵ ਪੰਡਿਤ ਤਾਰਾ ਸਿੰਘ ਨਰੋਤਮ ਉਹ ਮੇਰੇ ਵਿਦਿਆ ਦਾਤੇ। ਤਿੰਨ ਕੇ ਪਦ ਪੰਕਜ ਪਰ ਧਰ ਸਿਰ। ਇਹਨਾਂ ਆਪਣੇ ਵਿਦਿਆ ਦਾਤੇ ਸੰਤ ਵੀਰ ਸਿੰਘ ਜੀ ਗਿਆਨੀ ਪੰਡਿਤ ਤਾਰਾ ਸਿੰਘ ਜੀ ਨਰੋਤਮ ਦੋਨਾਂ ਗੁਰਮੁਖਾਂ ਦੇ ਚਰਨਾਂ ਤੇ ਵੀ ਮੈਂ ਆਪਣਾ ਭਾਈ ਸਿਰ ਧਰਦਾ ਚਰਨ ਕਮਲਾਂ ਪਰ। ਅਬ ਬੰਧਨ ਕਰ ਰਚੋ ਗ੍ਰੰਥ ਫਿਰ। ਹੁਣ ਕਹਿੰਦੇ ਅਭਿਬੰਧਨ ਕਰਕੇ ਮੈਂ ਦਿਲੋਂ ਨਮਸਕਾਰ ਕਰਕੇ ਅੱਗੇ ਗ੍ਰੰਥ ਹੁਣ ਰਚਣ ਲੱਗਿਆ। ਭਾਵ ਇੱਥੇ ਤੱਕ ਹਾਲਾਤ ਕਹਿ ਤੇ ਕੀ ਸੀ। ਹੁਣ ਅੱਗੇ ਮੈਂ ਰਚਣ ਲੱਗਿਆ। ਗਾਥ ਗੁਰੂ ਕੀ ਅਤ ਮੁੱਦ ਦਾਤੀ। ਜਿਹੜੀ ਗੁਰੂ ਸਾਹਿਬ ਦੀ ਕਥਾ ਹੈ ਅਤ ਮੁੱਦ ਦਾਤੀ। ਮੁੱਦ ਨਾਮ ਖੁਸ਼ੀ ਦਾ ਮੁੱਦ ਨਾਮ ਆਨੰਦ ਦਾ ਹੈ। ਇਹ ਭਾਈ ਅਤੀ ਆਨੰਦ ਦੀ ਦਾਤੀ ਗੁਰੂ ਕੀ ਕਥਾ। ਮਾਤ ਬਾਲ ਸਮਪਾਲ ਦਿਖਾਤੀ। ਫਿਰ ਜਿਵੇਂ ਮਾਤਾ ਹੈ ਉਹ ਬਾਲਕ ਨੂੰ ਪਾਲਦੀ ਹੈ ਇਸੇ ਤਰ੍ਹਾਂ ਇਹ ਜਿਹੜੀ ਗੁਰੂ ਕੀ ਕਥਾ ਹੈ ਗੁਰੂ ਮਹਾਰਾਜ ਆਪਣੇ ਸਿੱਖ ਸੇਵਕਾਂ ਰੂਪੀ ਬੱਚਿਆਂ ਦੀ ਪਾਲਣਾ ਕਰਨ ਵਾਲੇ ਨੇ। ਆਹੇ ਭਗਤ 10 ਵਿਧ ਕੀ ਥਾਤੀ। 10 ਤਰ੍ਹਾਂ ਦੀ ਆਹੇ ਭਗਤ 10 ਵਿਧ ਕੀ ਥਾਤੀ। 10 ਤਰ੍ਹਾਂ ਦੀ ਭਗਤੀ ਦੀ ਥੈਲੀ ਹੈ। ਬ੍ਰਹਮ ਗਿਆਨ ਵਿਗਿਆਨ ਪ੍ਰਦਾਤੀ। ਇਹ ਜਿਹੜੀ ਕਥਾ ਹੈ ਪ੍ਰਤੱਖ ਬ੍ਰਹਮ ਗਿਆਨ ਨੂੰ ਦੇਣ ਵਾਲੀ ਹੈ। ਸ਼ੁਭ ਮਤ ਕੇਰ ਹੇਰ ਸੰਗਾਤੀ। ਫਿਰ ਇਹ ਕਥਾ ਸ਼ੁਭ ਮਤ ਦੇਣ ਵਾਲੀ ਹੈ। ਹੇਰ ਸੰਗਾਤੀ ਔਰ ਹਮੇਸ਼ਾ ਸਾਥ ਦੇਣ ਵਾਲੀ ਹੈ। ਦੇਖੋ ਜਿਹਨੂੰ ਗੁਰੂ ਕੀ ਕਥਾ ਆਉਂਦੀ ਹੈ ਗੁਰੂ ਦਾ ਇਤਿਹਾਸ ਗੁਰੂ ਮਹਾਰਾਜ ਦੀ ਬਾਣੀ ਇਹ ਹਮੇਸ਼ਾ ਸਾਥ ਦਿੰਦੀ ਹੈ ਵਿਦਿਆ। ਕਿਤੇ ਵੀ ਚਲਿਆ ਜਾਵੇ ਤੇ ਅੱਜ ਦੇਖੋ ਐਸਾ ਸਮਾਂ ਹੈ ਉਹ ਗੁਰੂ ਮਹਾਰਾਜ ਦੀ ਬਾਣੀ ਆਮ ਦੁਨੀਆ ਕਹਿੰਦੀ ਹੈ ਜੀ ਕਿਰਤ ਹੈ ਨਹੀਂ ਕੰਮ ਹੈ ਨਹੀਂ। ਗੁਰਬਾਣੀ ਦੀ ਸੰਥਿਆ ਹੀ ਕਰ ਲਵੇ ਨਾ ਕੱਲਾ ਕੋਈ ਸ਼ੁੱਧ ਉਚਾਰ ਨਹੀਂ ਸਿੱਖ ਲੋ ਜ਼ਿੰਦਗੀ 'ਚ ਭੁੱਖਾ ਨਹੀਂ ਮਰਦਾ। ਗੁਰਬਾਣੀ ਪੜ੍ਹ ਕੇ ਰੋਟੀ ਖਾ ਸਕਦਾ ਹੈ। ਪਿਆਰ ਹੋਵੇ ਅੰਦਰ ਸ਼ਰਧਾ ਭਾਵਨਾ ਸੰਥਿਆ ਕਰਕੇ ਜਿਹੜਾ ਹੈ ਉਹ ਫਿਰ ਪਿਆਰ ਨਾਲ ਪਾਠ ਜਿੱਥੇ ਮਰਜ਼ੀ ਕਰੀ ਜਾ ਰੋਟੀ ਮਿਲ ਜਾਣੀ ਹੈ। ਵਾਹਿਗੁਰੂ ਦੀ ਕਿਰਪਾ ਨਾਲ ਧਨ ਵੀ ਮਿਲ ਜਾਣਾ ਵਸਤਰ ਵੀ ਮਿਲ ਜਾਣੇ ਆ।
ਮਨ 'ਚ ਸ਼ਰਧਾ ਹੋਵੇ ਜੀ। ਪਰ ਅੱਜ ਕੱਲ ਹੁਣ ਬੜਾ ਦੁਖਾਂਤ ਐਸੇ ਆਪਣੇ ਸਾਹਮਣੇ ਆ ਰਹੇ ਹੈ। ਚਲੋ ਵਾਹਿਗੁਰੂ ਜਾਣਦਾ, ਪਰਮੇਸ਼ਰ ਦੇ ਹੱਥ ਹੈ ਸਾਰਾ ਕੁਝ। ਉਹ ਚੰਗੀ ਮਾੜੀ ਬੁੱਧੀ ਦੇਣ ਵਾਲਾ ਵੀ ਵਾਹਿਗੁਰੂ ਹੈ। ਉਹਨੇ ਤਾਂ ਨੂੰ ਵੀ ਚਾੜਨਾ, ਥੱਲੇ ਨੂੰ ਵੀ ਉਹਨੇ ਸੁੱਟਣਾ, ਉਹਦੇ ਹੱਥ ਵਿੱਚ ਹੈ। ਚਾਹੇ ਉਹ ਭਾਈ ਚੰਗਿਆਈਆਂ ਬਖਸ਼ ਦੇਵੇ, ਚਾਹੇ ਚੰਗਿਆਈਆਂ ਖਿੱਚ ਲਵੇ, ਜਿੱਥੇ ਮਰਜੀ ਕਿਸੇ ਪ੍ਰਾਣੀ ਨੂੰ ਖੜਾ ਕਰ ਦੇਵੇ। ਧੰਨਵਾਦ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ। ਇਹ ਗੁਰੂ ਕੀ ਕਥਾ ਕੋਈ ਸਿੱਖ ਲੇ ਗੁਰੂ ਮਹਾਰਾਜ ਦੀ, ਤੇ ਦੇਖੋ ਕਿੱਡਾ ਕੁਛ ਪ੍ਰਾਪਤੀ ਹੋ ਜਾਂਦੀ ਹੈ। ਗੁਰਬਾਣੀ ਤਾਂ ਜੇ ਅਰਥ ਵੀ ਨਹੀਂ ਆਉਂਦੇ ਨਾ, ਗੁਰਬਾਣੀ ਤਾਂ ਸੰਥੇ ਹੀ ਕਰ ਲਈ, ਸ਼ੁੱਧ ਉਚਾਰਨ ਕਰ ਲਿਆ, ਫਿਰ ਵੀ ਜ਼ਿੰਦਗੀ ਭਰ ਮਹਾਰਾਜ ਦੇ ਗੁਣ ਗਾ ਕੇ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਆਨੰਦ ਨਾਲ, ਜੀਵਨ ਸੰਤੋਖੀ ਹੋਵੇ। ਰਹੋ ਵਿਚਾਰ ਐਸੀ ਇਹ ਬਾਣੀ ਹਮੇਸ਼ਾ ਹੇਰ ਸੰਗਾਤੀ, ਸਾਥ ਦੇਣ ਵਾਲੀ ਹੈ, ਸਾਥਣ ਦੇਖੀ ਦੀ ਹੈ। ਕੋ ਮਤ ਕੋ ਕਰਮਨ ਕੇ ਹਿਤ ਕਾਤੀ। ਇਹ ਜਿਹੜੀ ਗੁਰੂ ਕੀ ਕਥਾ ਹੈ, ਇਹ ਕੁਮਤ ਜਿਹੜੀ ਭੈੜੀ ਮਤ ਹੈ, ਤੇ ਕੁਕਰਮਨ ਜਿਹੜੀ ਭਾਈ ਕੁਕਰਮ ਮਾੜੇ ਕਰਮ ਨੇ ਉਹਨਾਂ ਦੀ ਕੈਂਚੀ ਹੈ। ਭੈੜੀ ਮਤ ਵੀ ਦੂਰ ਕਰ ਦਿੰਦੀ ਹੈ ਤੇ ਭੈੜੇ ਕਰਮਾਂ ਨੂੰ ਵੀ ਦੂਰ ਕਰਦੀ ਹੈ। ਰਾਮ ਨਾਮ ਕੀਰਤ ਰਤ ਰਾਤੀ। ਫਿਰ ਇਹ ਕਥਾ ਜਿਹੜੀ ਗੁਰੂ ਕੀ ਰਾਮ ਨਾਮ ਪਰਮੇਸ਼ਰ ਦੇ ਨਾਮ ਦੀ ਕੀਰਤੀ ਸਹਿਤ ਰੰਗੀ ਹੋਈ ਹੈ। ਸਤ ਚਿਤ ਆਨੰਦ ਰੂਪ ਕਰੰਤੀ। ਔਰ ਸਤ ਚਿਤ ਆਨੰਦ, ਸਤਿਅਮ ਸ਼ਿਵਮ ਸੁੰਦਰਮ, ਇਹ ਅਕਾਲ ਪੁਰਖ ਦਾ ਸਰੂਪ ਹੈ। ਸਤਿਚਿਤ ਆਨੰਦ ਸਰੂਪ ਕਰੰਤੀ ਕਹੀਏ ਚਮਕ ਸੋਭਾ ਵਾਲੀ ਹੈ ਕਥਾ। ਪਾਪ ਤਾਪ ਸੰਤਾਪ ਨਿਪਾਤੀ। ਜਿਹੜੇ ਭਾਈ ਪਾਪ ਨੇ, ਤਿੰਨੇ ਤਾਪ ਸੰਤਾਪ ਹੈ, ਉਹਨਾਂ ਨੂੰ ਨਿਪਾਤੀ ਨਾਸ਼ ਕਰਨ ਵਾਲੀ ਹੈ। ਚਾਰ ਪਦਾਰਥ ਸਵਾਰਥ ਦਾਤੀ। ਚਾਰੇ ਪਦਾਰਥ ਦੇਣ ਵਾਲੀ ਹੈ। ਸਵਾਰਥ ਕਹੀਏ ਜਿਹੜੇ ਮਤਲਬ ਨੇ ਜ਼ਿੰਦਗੀ ਦੇ, ਉਹਨਾਂ ਨੂੰ ਹੱਲ ਕਰਨ ਵਾਲੀ ਦਾਤੀ ਹੈ। ਮੋਖ ਭੋਗ ਭੰਡਾਰ ਦਿਲਾਤੀ। ਫਿਰ ਮੋਖ ਵੀ ਤੇ ਭੋਗ ਵੀ, ਲੋਕ ਵੀ ਔਰ ਪ੍ਰਲੋਕ ਵੀ। ਇਸ ਤਰ੍ਹਾਂ ਮੋਖ ਕਹੀਏ ਪਰਮਾਰਥ ਦਾ ਰਸਤਾ ਵੀ, ਤੇ ਭੋਗ ਸੰਸਾਰੀ ਭਾਵ ਲੋਕ ਤੇ ਪ੍ਰਲੋਕ ਦੇ ਪਦਾਰਥਾਂ ਦੇ ਭੰਡਾਰ ਦੇਣ ਵਾਲੀ ਹੈ। ਹਰ ਸਨੇਹ ਦੀਪਕ ਕੀ ਬਾਤੀ। ਇਸ ਤਰ੍ਹਾਂ ਹਰੀ ਦੇ ਪ੍ਰੇਮ ਰੂਪੀ ਦੀਵੇ ਦੀ ਇਹ ਕਥਾ ਬੱਤੀ ਹੈ। ਸਮਝੋ ਕਿ ਹਰੀ ਦੇ ਨਾਲ ਪ੍ਰੇਮ ਕਰ ਲਿਆ ਤੇ ਇਹ ਗੁਰੂ ਕਾ ਜਿਹੜੀ ਕਥਾ ਹੈ ਇਹ ਬੱਤੀ ਹੈ। ਘਾ ਇੱਕ ਤ੍ਰਿਸ਼ਨਾ ਦਾ ਇੱਕ ਸ਼ਾਂਤੀ। ਇਹ ਭਾਈ ਘਾ ਇੱਕ ਤ੍ਰਿਸ਼ਨਾ, ਘਾ ਕਹੀਏ ਨਾਸ਼ ਕਰਨਾ, ਤ੍ਰਿਸ਼ਨਾ ਨੂੰ ਨਾਸ਼ ਕਰਨ ਵਾਲੀ ਹੈ। ਦਾਇਕ ਸ਼ਾਂਤੀ, ਸ਼ਾਂਤੀ ਦੇਣ ਵਾਲੀ ਹੈ। ਗੁਰ ਸਿੱਖੀ ਕੀ ਸਖੀ ਸੰਗਾਤੀ। ਗੁਰੂ ਕੀ ਸਿੱਖੀ ਹੈ ਜੋ ਉਹਦੀ ਇਹ ਸਹੇਲੀ ਹੈ, ਸਾਥਣ ਹੈ। ਮੋਦ ਪ੍ਰਮੋਦ ਪ੍ਰਮਾਨੰਦ ਮਾਤੀ। ਮੋਦ ਆਨੰਦ, ਪ੍ਰਮੋਦ ਕਹੀਏ ਮਹਾਨ, ਪਰਮ ਓਦ ਮਹਾਨ ਆਨੰਦ। ਇਸ ਤਰ੍ਹਾਂ ਪ੍ਰਮੋਦ ਦੇਣ, ਆਨੰਦ ਦੇਣ ਵਾਲੀ, ਮਹਾਨ ਭਾਵ ਮੋਦ ਤੋਂ ਇੱਥੇ ਖੁਸ਼ੀ ਲੈ ਲੈਣਾ ਹੈ। ਖੁਸ਼ੀ ਆਨੰਦ ਦੇਣ ਵਾਲੀ, ਪਰਮ ਆਨੰਦ ਦੇ ਵਿੱਚ ਮਸਤ ਕਰਨ ਵਾਲੀ। ਕਾਮ ਕੋਹ ਮਦ ਮਤ ਸਰ ਹਾਤੀ। ਕਾਮ ਕ੍ਰੋਧ ਹੰਕਾਰ ਈਰਖਾ ਨੂੰ ਨਾਸ਼ ਕਰਨ ਵਾਲੀ ਹੈ। ਦੈਵੀ ਗੁਣ ਜਾ ਕੇ ਸੁਤ ਨਾਤੀ। ਜਿਹੜੇ ਦੈਵੀ ਗੁਣ ਸ਼ੁਭ ਗੁਣ ਹਨ ਭਾਈ, ਇਹ ਕਥਾ ਦੇ ਪੁੱਤ ਪੋਤਰੇ ਹਨ। ਰਿੱਧ ਸਿੱਧ ਨਵ ਨਿਧ ਰਖਾਤੀ। ਇਹ ਜਿਹੜੀ ਗੁਰੂ ਕਾ ਮਹਿਮਾ ਹੈ ਗੁਰੂ ਦੀ, ਇਹ ਰਿੱਧੀਆਂ ਸਿੱਧੀਆਂ 9 ਨਿਧੀਆਂ ਰੱਖਣ ਵਾਲੀ ਹੈ, ਭਾਵ ਦੇਣ ਵਾਲੀ ਹੈ। ਅਸੁਰ ਗੁਣਨ ਕੋ ਬਾਗਨ ਘਾਤੀ। ਅਸੁਰ ਜਿਹੜੇ ਭਾਈ ਦੈਂਤ ਗੁਣਨ ਜਿਹੜੇ ਔਗਣ ਹਨ, ਕੋ ਬਾਗਨ ਘਾਤੀ। ਅਸੁਰਾਂ ਵਾਲੇ ਜਿਹੜੇ ਗੁਣ ਹੁੰਦੇ ਆ, ਜਿਹੜੇ ਦੈਂਤਾਂ ਵਾਲੇ ਗੁਣ ਭਾਵ ਔਗਣ ਹੋ ਗਏ, ਉਹ ਸ਼ੇਰਨੀ ਵਾਂਗ ਨਾਸ਼ ਕਰਨ ਵਾਲੀ ਹੈ। ਜਾਂ ਅਸੁਰ ਗੁਣਨ ਕੋ ਬਾਗਨ ਘਾਤੀ।
ਔਗਣਾ ਰੂਪੀ ਹਰਨਾਂ ਨੂੰ ਘਾਤ ਕਰਨ ਵਾਲੀ ਇਹ ਬਾਗਣ ਹੈ, ਕਥਾ ਸ਼ੇਰਨੀ ਹੈ। ਗੁਰੂ ਘਰ ਜਸ ਕੀ ਧਵਜਾ ਲਸਾਤੀ, ਇਹ ਗੁਰੂ ਘਰ ਦੀ ਜਿਹੜੀ ਜਸ ਮਹਿਮਾ ਰੂਪੀ ਚਮਕਦੀ ਹੋਈ ਧੁਜਾ ਨਿਸ਼ਾਨ ਹੈ। ਨੌਬਤ ਗੁਰਮਤ ਕੀ ਗਰ ਜਾਤੀ, ਤੇ ਨੌਬਤ ਕਹੀਏ ਨਗਾਰੇ ਨੂੰ, ਗੁਰਮਤ ਦੇ ਨਗਾਰੇ ਨੂੰ ਗਜਾਉਣ ਵਾਲੀ ਹੈ। ਮਤ ਪਖੰਡ ਮੇਘਨ ਕੋ ਬਿਆਰੀ, ਫਿਰ ਪਖੰਡ ਰੂਪੀ ਬੱਦਲਾਂ ਨੂੰ ਉਡਾਉਣ ਵਾਸਤੇ ਹਵਾ ਰੂਪ ਹੈ। ਸੰਸੇ ਸਲ ਭਨ ਸਾਪਨ ਕਾਰੀ, ਸੰਸਿਆਂ ਰੂਪੀ ਜਿਹੜੇ ਹੈ ਭਮੱਕੜ, ਉਹਨਾਂ ਨੂੰ ਭਾਈ ਖਾਣ ਵਾਸਤੇ, ਜਿਵੇਂ ਕਾਲੀ ਨਾਗਣੀ ਕਾਲੀ ਸੱਪਣੀ ਭਮੱਕੜ ਖਾ ਜਾਂਦੀ ਹੈ, ਖਾਣ ਵਾਲੀ ਹੈ। ਗਰਦ ਅਸ਼ਰਦਾ ਕੋ ਘਟਕਾਰੀ, ਫਿਰ ਅਸ਼ਰਦਾ ਰੂਪੀ ਗਰਦ ਨੂੰ ਜਿਵੇਂ ਘਟਾ ਕਾਲੀ ਚੜ ਕੇ ਆਉਂਦੀ ਹੈ ਤੇ ਸਾਰੀ ਨੂੰ ਨਾਸ਼ ਕਰ ਦਿੰਦੇ, ਭਾਵ ਸਾਫ਼ ਕਰ ਦਿੰਦੀ ਹੈ। ਹਨੇਰੀ ਚੜੀ ਹੋਵੇ, ਕਾਲੀ ਘਟਾ ਪਿੱਛੇ ਚੜਿਆ ਵੇ, ਮੀਂਹ ਪੈ ਜੇ, ਸਾਰੀ ਦਬ ਜਾਂਦੀ ਹੈ। ਇਉਂ ਭਾਈ ਅਸ਼ਰਦਾ ਜਿਹੜੀ ਹੈ ਨਾ, ਉਹਨੂੰ ਦਬਾਉਣ ਵਾਲੀ ਹੈ, ਭਾਵ ਸ਼ਰਧਾ ਪੈਦਾ ਕਰਨ ਵਾਲੀ ਹੈ। ਘਟ ਕਠੋਰਤਾ ਕਾਠਿਆਰੀ, ਜਿਹੜੀ ਕੁੜੱਤਣ ਹੈ, ਕਠੋਰਤਾ ਰੂਪੀ ਇਹ ਲੱਕੜੀ ਕਾਠ ਨੂੰ ਕੱਟਣ ਵਾਲੀ ਸਮਝੋ ਆਰੀ ਹੈ। ਸ਼ੁਭ ਇੱਛਾ ਉਪਜਾਵਨ ਕਿਆਰੀ, ਸ਼ੁਭ ਇੱਛਾਵਾਂ ਰੂਪੀ ਪੈਦਾ ਕਰਨ ਵਾਸਤੇ ਕਿਆਰੀ ਰੂਪ ਹੈ। ਜਿਵੇਂ ਕਿਆਰੀ ਦੇ ਵਿੱਚ ਬੂਟੇ ਪੈਦਾ ਹੁੰਦੇ ਨੇ, ਸ਼ੁਭ ਇੱਛਾ ਜੀਵ ਵਿੱਚ ਪੈਦਾ ਹੁੰਦੀ ਹੈ। ਤਾਪ ਪਾਪ ਕੋ ਹਿਮ ਸਮਗਾਰੀ, ਜਿਹੜੇ ਤਾਪ ਪਾਪ ਤਿੰਨੇ ਤਾਪ ਔਰ ਸਾਰੇ ਪਾਪਾਂ ਨੂੰ ਬਰਫ਼ ਜਿਵੇਂ ਕਿਸੇ ਚੀਜ਼ ਨੂੰ ਗਾਲ ਦਿੰਦੀ ਹੈ, ਇਹ ਭਾਈ ਹਿਮ ਵਾਂਗੂ ਗਾਲਣ ਵਾਲੀ ਹੈ। ਕਾਲ ਜਵਾਲਹਿ ਪਾਵਸ ਭਾਰੀ, ਫਿਰ ਕਾਲ ਰੂਪੀ ਅੱਗ ਨੂੰ ਠੰਡਾ ਕਰਨ ਵਾਸਤੇ ਪਾਵਸ ਭਾਰੀ, ਭਾਰੀ ਬਰਖਾ ਦੇ ਸਮਾਨ ਹੈ। ਕੁਮਤ ਬਿਬਤ ਹਿਤ ਸੰਪਤ ਚਾਰੀ, ਕੁਮਤ ਖੋਟੀ ਮੱਤ ਦੀ ਜਿਹੜੀ ਬਿਪਤਾ ਹੈ ਉਹਨੂੰ ਮੇਟਣ ਵਾਸਤੇ ਸੋਹਣੀ ਸੁੰਦਰ ਚਾਰੀ ਸਮੱਗਰੀ ਹੈ। ਗੁਰ ਸਿੱਖੀ ਕ੍ਰਿਖੀ ਕੋ ਬਾਰੀ, ਤੇ ਭਾਈ ਗੁਰੂ ਦੀ ਸਿੱਖੀ ਰੂਪੀ ਖੇਤੀ ਵਾਸਤੇ ਕਥਾ ਪਾਣੀ ਹੈ। ਇਸ ਕਰਕੇ ਦੇਖੋ ਜਿਹੜੀ ਸਤਸੰਗ ਹੈ ਨਾ, ਇਹ ਸਿੱਖੀ ਜੀਵਨ ਵਿੱਚ ਅਤ ਜ਼ਰੂਰੀ ਹੈ। ਸਿੱਖੀ ਧਾਰ ਲਈ ਤਾਂ ਜਿਵੇਂ ਫਸਲ ਬੀਜ ਲਈ, ਫਸਲ ਨੂੰ ਪਾਣੀ ਨਾ ਦਿਓ ਫਿਰ ਹਰੀ ਭਰੀ ਨਹੀਂ ਰਹਿੰਦੀ। ਇਸੇ ਤਰ੍ਹਾਂ ਆਪਾਂ ਵੇਖਦੇ ਹਾਂ ਕਿ ਕਈ ਅੰਮ੍ਰਿਤ ਛਕ ਲੈਂਦੇ ਨੇ, ਮੁੜ ਕੇ ਫਿਰ ਉਹ 10 ਦਿਨ ਜਾਂ 20 ਦਿਨ ਗੁਰਦੁਆਰਾ ਸਾਹਿਬ ਆਏ, ਸੇਵਾ ਕੀਤੀ, ਮੁੜ ਕੇ ਨਹੀਂ, ਆਪਦੇ ਉਹੀ ਕੰਮ ਧੰਦੇ 'ਚ ਤਾਂ ਪੈ ਗਏ, ਸਤਸੰਗ ਨਹੀਂ ਕਰਦੇ, ਫਿਰ ਉਹ ਉਨੀ ਸਿੱਖੀ ਪਰਪੱਕ ਨਹੀਂ ਰਹਿੰਦੀ ਹੈ। ਇਸ ਕਰਕੇ ਜਿਹੜਾ ਭਾਈ ਗੁਰਸਿੱਖੀ ਜੀਵਨ ਵਾਲਾ ਹੈ ਨਾ, ਉਹਦੇ ਲਈ ਸਤਸੰਗ ਜ਼ਰੂਰੀ ਹੈ, ਕਿਉਂਕਿ ਸਿੱਖੀ ਰੂਪੀ ਖੇਤੀ ਨੂੰ ਕਥਾ ਜਿਹੜੀ ਹੈ ਇਹ ਸਮਝੋ ਖੇਤੀ ਵਾਸਤੇ ਪਾਣੀ ਰੂਪ ਹੈ। ਸਿੱਖ ਸੁਤਨ ਪਾਲਨ ਮਹਿਤਾਰੀ, ਫਿਰ ਸੁਤਨਾਮ ਹੈ ਪੁੱਤਰਾਂ ਦਾ, ਸੁਤਨ ਸਿੱਖ ਰੂਪੀ ਪੁੱਤਰਾਂ ਨੂੰ ਪਾਲਣ ਵਾਸਤੇ ਮਾਤਾ ਸਮਾਨ ਹੈ। ਸੰਸੇ ਬਿਹੰਗਨ ਕੋ ਤਰ ਤਾਰੀ, ਫਿਰ ਜਿਵੇਂ ਜਾਨਵਰਾਂ ਨੂੰ ਤਾੜੀ ਮਾਰ ਕੇ ਉਡਾ ਦਿੰਦੇ ਹਨ, ਇਹ ਸੰਸਿਆਂ ਰੂਪੀ ਬਿਹੰਗ ਨਾਮ ਹੁੰਦਾ ਹੈ ਪੰਛੀ ਦਾ। ਇਹ ਤਾਂ ਆਪ ਜੀ ਨੂੰ ਕਈ ਵਾਰ ਦੱਸਿਆ, ਬਿਹੰਗ ਪੰਛੀ ਨੂੰ ਕਹਿੰਦੇ ਨੇ, ਤੇ ਬਿਹੰਗਮ ਸ਼ਬਦ ਆਉਂਦਾ ਹੈ, ਇਹ ਵੈਸੇ ਸਾਧੂਆਂ ਵਾਸਤੇ ਸ਼ਬਦ ਹੈ। ਬਿਹੰਗਮ ਸਾਧੂ, ਉਹ ਸਾਧੂ ਜੀ ਨੂੰ ਕੋਈ ਪਕੜ ਨਹੀਂ, ਤੇ ਰਮਤੇ ਸਾਧੂ ਕੋਈ ਪਕੜ ਨਹੀਂ, ਆਪਣੀ ਮੌਜ ਵਿੱਚ ਇਕੱਲੇ ਰਹਿਣਾ ਤੇ ਵਿਚਰਦੇ ਰਹਿਣਾ, ਉਹਨਾਂ ਨੂੰ ਬਿਹੰਗਮ ਸਾਧੂ ਕਿਹਾ ਜਾਂਦਾ ਸੀ। ਆਮ ਤੌਰ ਤੇ ਹੁਣ ਜਿਹੜਾ ਕੋਈ ਭਾਈ ਫਿਰ ਗ੍ਰਸਤੀ ਜੀਵਨ ਵਿੱਚ ਨਹੀਂ ਹੈ, ਉਹਨੂੰ ਆਮ ਕਿਹਾ ਜਾਂਦਾ ਹੈ ਗੁਰੂ ਪੰਥ ਵਿੱਚ ਕਿ ਇਹ ਬਿਹੰਗਮ ਸਿੰਘ ਹੈ ਭਾਈ, ਇਹ ਗ੍ਰਸਤੀ ਜੀਵਨ ਵਾਲਾ ਸਿੰਘ ਨਹੀਂ ਹੈ, ਇਹ ਬਿਹੰਗਮ ਹੈ। ਤੇ ਉਹ ਫਿਰ ਜਿਹੜੇ ਬਿਹੰਗ ਨਾਮ ਪੰਛੀ ਦਾ ਸਮਝੋ, ਜਿਹਨੂੰ ਕੋਈ ਪਕੜ ਨਹੀਂ ਹੈ ਕਿਸੇ ਪਾਸੇ ਦੀ ਵੀ। ਤੇ ਇਹ ਜਾਣੋ ਕਿ ਸੰਸੇ ਰੂਪੀ ਜਿਹੜੇ ਪੰਛੀ ਹੈ, ਕੋ ਕਰ ਤਾਰੀ, ਉਹਦੇ ਵਾਸਤੇ ਜਿਵੇਂ ਹੱਥ ਦੀ ਤਾੜੀ ਹੈ, ਜਿਵੇਂ ਪੰਛੀਆਂ ਨੂੰ ਡਾਉਣ ਲਈ ਹੱਥ ਤਾੜੀ, ਇਸ ਤਰ੍ਹਾਂ ਭਾਈ
ਸੰਸ਼ਿਆਂ ਨੂੰ ਉਡਾ ਦਿੰਦੀ ਹੈ। ਕਥਾ ਸੁਣਨ ਲੱਗ ਜੋ, ਜਿਹੜੇ ਮਨ ਵਿੱਚ ਸੰਸ਼ੇ ਨੇ ਉਹ ਖਤਮ ਹੋ ਜਾਂਦੇ ਆ। ਇਸ ਤਰ੍ਹਾਂ ਦੇ ਵੀ ਕਈ ਪ੍ਰੇਮੀ ਮਿਲਦੇ ਨੇ। ਜਦੋਂ ਕਿਤੇ ਕਥਾ ਹੁੰਦੀ ਦੀਵਾਨ ਆ, ਕਈ ਵਾਰੀ ਐਸਾ ਗੱਲ ਹੋਈ ਵਾਪਰਦੀ, ਮਹਾਰਾਜ ਬੜੀਆਂ ਐਸੇ ਕੌਤਕ ਵਰਤਾ ਦਿੰਦਾ ਹੈ। ਉਹ ਬਾਅਦ ਵਿੱਚ ਮਿਲਣਗੇ ਤੇ ਜਦੋਂ ਕਿਤੇ ਬਾਹਰ ਅੰਦਰ ਵੀ ਜਾਈਦਾ, ਕਹਿੰਦੇ ਜੀ ਜਦੋਂ ਅਸੀਂ ਆਏ ਸੀ ਇੱਕ ਸ਼ੰਕਾ ਜਿਹਾ ਸੀ ਮਨ ਵਿੱਚ, ਇੱਥੇ ਕੁਦਰਤੀ ਆ ਗਿਆ ਤੇ ਅਸੀਂ ਸੋਚਿਆ ਪੁੱਛਾਂਗੇ। ਚਲੋ ਕਹਿੰਦੇ ਲੋੜ ਹੀ ਨਹੀਂ ਪਈ, ਉਹ ਕਥਾ 'ਚ ਹੀ ਹੱਲ ਹੋ ਗਿਆ ਜੀ, ਆਪੇ ਹੀ ਗੱਲ ਸਾਹਮਣੇ ਆ ਗਈ। ਤੇ ਇਹ ਵੀ ਗੱਲ ਹੈ, ਕਦੇ ਤੁਸੀਂ ਪਰਖ ਕੇ ਵੇਖਣਾ, ਜੇ ਕਿਤੇ ਸ਼ੰਕਾ ਹੋਵੇ, ਸਵਾਲ ਪੈਦਾ ਹੋਵੇ ਕਿਸੇ ਵਿਸ਼ੇ ਦੇ ਉੱਤੇ, ਉਹ ਸਤਸੰਗ ਦੇ ਵਿੱਚ ਆਪੇ ਹੀ ਹੱਲ ਹੋ ਜਾਣਾ ਹੈ। ਇੱਕ ਦੋ ਚੋਂ ਦਿਨਾਂ ਦੇ ਵਿੱਚ ਉਹ ਗੱਲ ਸਾਹਮਣੇ ਆ ਹੀ ਜਾਣੀ ਹੈ। ਬਹੁਤ ਵਾਰੀ ਹੁੰਦਾ ਹੈ ਐਸਾ। ਇਸ ਕਰਕੇ ਇਹ ਗੁਰੂ ਦੀ ਕਥਾ ਦੀ ਮਹਾਨਤਾ ਹੈ। ਗੁਰੂ ਮਹਾਰਾਜ ਦੇ ਜੀਵਨ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਭਾਈ ਇਹ ਸੰਸੇ ਵਿਹੰਗਨ ਕੋ ਤਰ ਕਰ ਤਾਰੀ, ਇਹ ਸੰਸਿਆਂ ਨੂੰ ਉਡਾਉਣ ਵਾਸਤੇ ਸਮਝੋ ਤਾੜੀ ਸਮਾਨ ਹੈ। ਦਿੜ ਅਗਿਆਨ ਗੜ ਕੋ ਬੜ ਨਾਰੀ, ਦਿੜ ਅਗਿਆਨ ਗੜ, ਜਿਹੜੇ ਅਗਿਆਨ ਦਾ ਪੱਕਾ ਕਿਲਾ ਹੈ, ਕੋ ਬੜ ਨਾਰੀ, ਉਹਨੂੰ ਤੋੜਨ ਵਾਸਤੇ ਸਮਝੋ ਵੱਡੀ ਨਾਲੀ ਵਾਲੀ ਤੋਪ ਹੈ ਕਥਾ। ਕੂੜੇ ਕਲਪਨ ਹੇਤ ਬੁਹਾਰੀ, ਜਿਹੜੇ ਕਲਪਨਾ ਰੂਪੀ ਕੂੜਾ ਹੈ ਉਹਨੂੰ ਇਹ ਹੁੰਝਣ ਵਾਸਤੇ ਬੁਹਾਰੀ ਹੈ, ਝਾੜੂ ਹੈ। ਦੈਵ ਗੁਣਨ ਕੋ ਦਿੱਤੀ ਨਿਹਾਰੀ, ਇਹ ਚੰਗੇ ਗੁਣਾਂ ਨੂੰ ਪੈਦਾ ਕਰਨ ਵਾਸਤੇ ਇਹ ਦੇਵਤਿਆਂ ਦੀ ਮਾਂ ਜਿਹੜੀ ਆ ਉਹਨੂੰ ਦਿੱਤੀ ਕਿਹਾ। ਦਿੱਤੀ ਦੇਵਤਿਆਂ ਦੀ ਮਾਂ ਭਾਵ ਦਿੱਤੀ ਸਮਾਨ ਹੈ। ਗੁਰੂ ਚਰਤ ਚਿਮਨਨ ਕੀ ਬਾਰੀ, ਗੁਰੂ ਸਾਹਿਬ ਦੇ ਕੌਤਕਾਂ ਰੂਪੀ ਫੁੱਲਾਂ ਦੀ ਇਹ ਚਿਮਨਨ ਕੀ ਬਾਰੀ ਬਗੀਚੀ ਹੈ। ਸੁਜਸ ਗੰਧ ਕੀ ਜਨ ਫੁਲਵਾਰੀ, ਇਹ ਸ੍ਰੇਸ਼ਟ ਜਸ ਰੂਪੀ ਸੁਗੰਧੀ ਦੀ ਜਾਣੋ ਫੁੱਲਵਾੜੀ ਹੈ। ਹੇਤ ਹੌਸਲੇ ਮਦ ਦੋ ਬਾਰੀ, ਤੇ ਸਮਝੋ ਦੂਜੀ ਵਾਰ ਦੀ ਪੀਤੀ ਹੋਈ ਸ਼ਰਾਬ ਵਾਂਗ ਹੈ। ਭਾਵ ਜਦੋਂ ਕੋਈ ਉੱਤੋਂ ਦੀ ਉੱਤੋਂ ਪੀ ਲੈਂਦਾ ਹੈ ਤੇ ਉਹ ਭਾਈ ਫਿਰ ਮਸਤ ਹੋ ਜਾਂਦਾ ਹੈ। ਇਹ ਕਥਾ ਨਾਮ ਰਸ ਦੇ ਵਿੱਚ ਮਸਤ ਕਰਨ ਵਾਲੀ। ਬ੍ਰਹਮ ਲੋਕ ਹਿਤ ਸ਼੍ਰੇਣੀ ਭਾਰੀ, ਫਿਰ ਬ੍ਰਹਮ ਲੋਕ ਦੇ ਵਿੱਚ ਇਹ ਸਮਝੋ ਬ੍ਰਹਮ ਲੋਕ ਦੇ ਵਾਸਤੇ ਇੱਕ ਬਹੁਤ ਵੱਡੀ ਪੌੜੀ ਹੈ। ਤੇ ਇਹ ਸਮਝੋ ਗੁਰਮੁਖੋ ਜਿਹੜੇ ਕਥਾ ਸਰਵਣ ਕਰਦੇ ਹੋ ਨਾ, ਤੁਹਾਨੂੰ ਪ੍ਰਲੋਕ ਦੀ ਸੱਚਖੰਡ ਦੀ ਪੌੜੀ ਪ੍ਰਾਪਤ ਹੋ ਰਹੀ ਹੈ। ਕਾਰਨ ਗਤੀ ਤਰਬੇਣੀ ਚਾਰੀ, ਫਿਰ ਕਲਿਆਣ ਕਰਨ ਵਾਸਤੇ ਗੁਰੂ ਦੀ ਲਾਈ ਹੋਈ ਸਤਸੰਗ ਵਿੱਚ ਗੁਰੂ ਮਹਾਰਾਜ ਦੇ ਇਤਿਹਾਸ ਦੀ ਜੋ ਕਥਾ ਗੁਰੂ ਕੇ ਉਪਦੇਸ਼ ਦੀ, ਇਹ ਸੋਹਣੀ ਸੁੰਦਰ ਤਰਬੇਣੀ ਹੈ। ਬਨੀ ਅਸ਼ਰਦਾ ਹੇਤ ਕੁਠਾਰੀ, ਤੇ ਅਸ਼ਰਦਾ ਰੂਪੀ ਬਗੀਚੀ ਨੂੰ ਕੱਟਣ ਵਾਸਤੇ ਕੁਠਾਰੀ ਹੈ, ਕੁਹਾੜੀ ਰੂਪ ਹੈ। ਪਰਨ ਵਿਕਾਰਨ ਸਿਸਰ ਵਿਚਾਰੀ, ਜਿਵੇਂ ਪੱਤ ਝੜ ਦੀ ਰੁੱਤ ਆਉਂਦੀ ਹੈ, ਪੱਤੇ ਝੜ ਜਾਂਦੇ ਆ ਦਰਖਤਾਂ ਦੇ, ਇਹ ਗੁਰਮੁਖੋ ਵਿਕਾਰਾਂ ਰੂਪੀ ਪੱਤਿਆਂ ਨੂੰ ਝਾੜਨ ਵਾਸਤੇ ਪੱਤ ਝੜ ਰੁੱਤ ਵਿਚਾਰੀ ਦੀ ਹੈ। ਕਾਮ ਕੋ ਮਦ ਕੋ ਜਮ ਧਾਰੀ, ਕਾਮ ਕ੍ਰੋਧ ਮਦ ਹੰਕਾਰ ਵਾਸਤੇ ਤਾਂ ਇਹ ਸਮਝੋ ਦੋ ਮੂੰਹੀ ਕਟਾਰ ਹੈ। ਭੀਮ ਭਵਾਂ ਬੁੱਧ ਕੋ ਕਰ ਤਾਰੀ, ਭੀਮ ਨਾਮ ਹੈ ਭਿਆਨਕ ਦਾ, ਭਵਾਂ ਬੁੱਧ ਭਿਆਨਕ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਬੇੜੀ ਹੈ। ਜਨਮ ਮਰਨ ਭਵ ਕੋ ਦਵ ਨਾਰੀ, ਦਵ ਨਾਰੀ ਡੌ ਅਗਨੀ ਕਹਿੰਦੇ ਜਿਹਨੂੰ ਜੰਗਲਾਂ 'ਚ ਲੱਗਦੀ ਹੈ ਦਾਵਾ ਅਗਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ, ਗੁਰਬਾਣੀ 'ਚ ਬਚਨ ਆਉਂਦਾ ਹੈ। ਇਹ ਸਮਝੋ ਸੰਸਾਰ ਦੇ ਜੰਗਲ ਨੂੰ ਸਾੜਨ ਵਾਸਤੇ, ਜੋ ਜਨਮ ਮਰਨ ਦੂਰ ਕਰਨ ਵਾਸਤੇ ਇਹ ਦਾਵਾ ਅਗਨ ਸਮਾਨ ਹੈ। ਮਨ ਮਹਿਖਾਸੁਰ ਹਿਤ ਦੁਰਗਾ ਸੀ, ਜਿਵੇਂ ਦੁਰਗਾ ਨੇ ਮਹਿਖਾਸੁਰ ਨੂੰ ਮਾਰਿਆ, ਇਹ ਭਾਈ ਮਨ ਰੂਪੀ ਜਿਹੜਾ ਮਹਿਖਾਸੁਰ ਹੈ ਕਿਸੇ ਤੋਂ ਮਰਦਾ ਨਹੀਂ, ਉਹਨੂੰ ਮਾਰਨ ਵਾਸਤੇ ਕਥਾ ਦੁਰਗਾ ਚੰਡੀ ਰੂਪ ਹੈ।
ਪਾਪ ਪਤੰਗਨ ਦੀਪ ਸਿਖਾਸੀ। ਫਿਰ ਪਾਪ ਰੂਪੀ ਪਤੰਗੇ ਭਮੱਕੜਾਂ ਨੂੰ ਸਾੜਨ ਵਾਸਤੇ ਦੀਪ ਸਿਖਾਸੀ। ਸਿਖਾ ਨਾਮ ਲਾਟ ਦਾ, ਦੀਵੇ ਦੀ ਲਾਟ ਵਰਗੀ ਹੈ। ਆਦ ਬਿਆਦ ਹਿਤ ਅਮੈ ਜਰੀ ਸੀ। ਇਹ ਗੁਰੂ ਕੀ ਜਿਹੜੀ ਕਥਾ ਹੈ ਆਦਿ ਵਿਆਧੀ ਆਦਿਕ ਰੋਗਾਂ ਨੂੰ ਮੇਟਣ ਵਾਸਤੇ ਅੰਮ੍ਰਿਤ ਬੂਟੀ ਵਰਗੀ ਹੈ। ਬਸੀ ਕਰਨ ਕੋ ਮੰਤਰ ਭਰੀ ਸੀ। ਜਿਵੇਂ ਪੁਰਾਣੇ ਬੜੇ ਐਸੇ ਆਉਂਦੇ ਨੇ ਬਸੀ ਕਰਨ ਮੰਤਰ, ਆ ਬੜਾ ਹੁਣ ਲਾਇਆ ਹੋਇਆ ਹੁੰਦਾ, ਕਈ ਐਡ ਦਿੰਦੇ ਨੇ ਇਹੋ ਜਿਹਾ ਕੁਛ। ਤੇ ਗੁਰਮੁਖੋ ਆਮ ਮੈਂ ਦੇਖਿਆ ਬਾਹਰ ਵੀ, ਉੱਥੇ ਪੰਜਾਬੀ ਦੇ ਅਖਬਾਰ ਆਉਂਦੇ, ਇੱਥੇ ਤਾਂ ਪੈਸੇ ਲੈਂਦੇ, ਉੱਥੇ ਫ੍ਰੀ ਮਿਲਦੇ ਆ। ਤੇ ਪੰਜਾਬੀ ਦੇ ਅਖਬਾਰਾਂ ਵਿੱਚ ਸਭ ਤੋਂ ਵੱਧ ਜਿਹੜੀ ਐਡਵਰਟਾਈਜ਼ਮੈਂਟ ਉਹ ਅਖਬਾਰ ਫ੍ਰੀ ਤਾਂ ਦਿੰਦੇ ਆ, ਉਹਨਾਂ ਨੂੰ ਮਸ਼ਹੂਰੀਆਂ ਬਹੁਤ ਮਿਲਦੀਆਂ। ਤੇ ਇਹ ਗੱਲ ਵੇਖਣ ਚਾਹੀਏ ਪੰਜਾਬੀ ਦੇ ਅਖਬਾਰਾਂ ਵਿੱਚ, ਬਾਹਰ ਖਾਸ ਕਰਕੇ ਉੱਥੇ ਇਹ ਐਡਾਂ ਇੰਨੀਆਂ ਜ਼ਿਆਦਾ ਆਉਂਦੀਆਂ, ਕਾਲਾ ਇਨਮ ਵਾਸਤੇ ਮਿਲੋ, ਬਸੀ ਕਰਨ ਵਾਸਤੇ ਮਿਲੋ, ਪਤੀ ਨੂੰ ਵਸ ਕਰਨ ਵਾਸਤੇ ਮਿਲੋ, ਫਲਾਨੇ ਨੂੰ। ਮੈਂ ਹੈਰਾਨ ਹੁੰਦਾ ਕਿ ਦੁਨੀਆ, ਇਹਦਾ ਮਤਲਬ ਜੇ ਉਹ ਇੰਨੀਆਂ ਐਡਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਗਾਹਕ ਹੋਣਗੇ ਤਾਂ ਹੀ ਆਉਂਦੀਆਂ। ਤੇ ਦੁਨੀਆ ਇਹ ਵਿਦੇਸ਼ਾਂ 'ਚ ਜਾ ਕੇ ਵੀ, ਜੇ ਇੱਥੇ ਤੁਸੀਂ ਆਪਾਂ ਤਾਂ ਕਹਿੰਦੇ ਧਾਗੇ ਤਵੀਤਾਂ ਵਾਲੇ ਇੱਥੇ ਹੈਗੇ ਆ, ਇਦੋਂ ਕਈ ਗੁਣਾ ਵੱਧ ਉੱਥੇ ਬੈਠੇ ਆ, ਇਹੋ ਜਿਹਾ ਧੰਦਾ ਸ਼ੁਰੂ ਕੀਤਾ ਹੋਇਆ। ਉਹਦਾ ਕਾਰਨ ਕੀ ਹੈ ਕਿ ਦੁਨੀਆ ਨੂੰ ਪੈਸੇ ਦੀ ਲਲਕ ਚੜ੍ਹ ਗਈ ਬਹੁਤ ਹੀ, ਇਸ ਕਰਕੇ ਦਿਮਾਗੀ ਟੈਨਸ਼ਨਾਂ ਦੇ ਵਿੱਚ ਦੁਨੀਆ ਪਈ ਹੋਈ ਹੈ। ਤੇ ਫਿਰ ਉਹ ਇਹੋ ਜਿਹੇ ਲੋਕਾਂ ਦੇ ਚੱਕਰਾਂ 'ਚ ਪੈ ਜਾਂਦੇ ਆ, ਜਿਵੇਂ ਇੱਥੇ ਦੁਨੀਆ ਪੈ ਜਾਂਦੀ ਹੈ ਉੱਥੇ ਪੈ ਜਾਂਦੇ ਆ। ਪੜ੍ਹੇ ਭਾਵੇਂ ਕਿੰਨੇ ਵੀ ਹੈ, ਗੱਲ ਪੜ੍ਹੇ ਜਾਂ ਅਨਪੜ੍ਹ ਦੀ ਨਹੀਂ, ਗੱਲ ਗੁਰੂ ਦੀ ਮੱਤ ਦੀ ਹੈ। ਜਿਹਨੂੰ ਗੁਰੂ ਦੀ ਮੱਤ ਆ ਗਈ ਗੁਰਮੁਖੋ ਉਹ ਹੀ ਬਚਦਾ, ਨਹੀਂ ਤਾਂ ਮੈਂ ਵੇਖਦਾ ਹੈ ਬਹੁਤੇ ਦੇਖੋ ਤੁਸੀਂ, ਜਿੰਨੇ ਤੰਤਰਕ ਨੇ ਵੱਡੇ ਤੋਂ ਵੱਡੇ, ਤੇ ਉਹਦੇ ਕੋਲ ਉਹਨਾਂ ਕੋਲੇ ਜਾਂਦੇ ਕੌਣ ਹੈ? ਬਹੁਤ ਪੜ੍ਹੇ ਲਿਖੇ ਬਥੇਰੇ ਜਾਂਦੇ ਆ। ਆਪਣੇ ਦੇਸ਼ ਵਿੱਚ ਬਹੁਤ ਵੱਡਾ ਇੱਕ ਤੰਤਰਕ ਹੋਇਆ ਚੰਦਰਾ ਸਵਾਮੀ, ਉਹਦਾ ਡੰਕਾ ਵੱਜਦਾ ਸੀ, ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਉਹਦੇ ਪੈਰੀਂ ਹੱਥ ਲਾਉਂਦੇ ਸੀ ਜਾ ਕੇ। ਤੇ ਜਦੋਂ ਫੜਿਆ ਗਿਆ ਪੁੱਠੇ ਕੰਮਾਂ 'ਚ ਫੜਿਆ ਗਿਆ। ਇਸੇ ਤਰ੍ਹਾਂ ਹੀ ਹੋਰ ਕਿੰਨੇ ਆ, ਰਹੋ ਵਿਚਾਰ। ਇਹ ਕਹਿਣ ਦਾ ਭਾਵ ਉੱਥੇ ਇੱਕ ਪ੍ਰਮਾਣ ਦੇਤਾ, ਬਸੀ ਕਰਨ ਕੋ ਮੰਤਰ ਭਰੀ ਸੀ। ਇਹ ਤਾਂ ਸਮਝੋ ਭਾਈ ਅੱਗੇ ਹੁੰਦਾ ਸੀ ਪਰੀ ਨੂੰ ਵਸ ਕਰਨਾ, ਆਹ ਮੰਤਰ ਪੜ੍ਹ ਲਓ। ਇਹ ਕਥਾ ਹੀ ਭਾਈ ਪਰੀਆਂ ਦੇ ਮੰਤਰ ਵਰਗੀ ਹੈ। ਇਹ ਭਾਵ ਕਿ ਤੁਸੀਂ ਗੁਰੂ ਦੀ ਕਥਾ ਨਾਲ ਜੁੜ ਜੋ, ਸਾਰੇ ਹੀ ਤੁਹਾਡੇ ਨਾਲ ਜੁੜ ਜਾਣਗੇ। ਬਾਣੀ ਵਿੱਚ ਹੀ ਐਸਾ ਹੁੰਦਾ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਤਾਂ ਉਹ ਗੱਲ ਹੋਇਆ ਕਿ ਗੁਰੂ ਦਾ ਬਣ ਜਾ ਤੇ ਸਾਰਾ ਮਨ ਜੀਤੇ ਜਗ ਜੀਤ। ਜਦੋਂ ਆਪਾਂ ਸਤਿਗੁਰੂ ਦੇ ਹੋ ਜਾਾਂਗੇ ਫਿਰ ਭਾਈ ਸਾਰੇ ਹੀ ਆਪਣੇ ਹਨ। ਸ਼ੁਭ ਇੱਛਿਆ ਕੋ ਕਾਮ ਧੇਨ ਸੀ। ਤੇ ਇੱਛਾਵਾਂ ਪੂਰੀਆਂ ਕਰਨ ਵਾਲੀ ਕਾਮ ਧੇਨ ਗਊ ਲਿਖਿਆ ਗ੍ਰੰਥਾਂ ਵਿੱਚ। ਇਹ ਗੁਰੂ ਕੀ ਕਥਾ ਸ਼ੁਭ ਇੱਛਾ ਨੂੰ ਪੂਰੀਆਂ ਕਰਨ ਵਾਸਤੇ ਕਾਮ ਧੇਨ ਸਰੂਪ ਹੈ। ਦਿਲ ਖੈਂਚਨ ਕੋ ਕ੍ਰਿਸ਼ਨ ਬੇਨ ਸੀ। ਜਿਵੇਂ ਕ੍ਰਿਸ਼ਨ ਭਗਵਾਨ ਬੰਸਰੀ ਵਜਾਉਂਦੇ ਸਨ ਤਾਂ ਸਾਰੇ ਖਿੱਚੇ ਚਲੇ ਜਾਂਦੇ ਸੀ, ਇਸ ਤਰ੍ਹਾਂ ਇਹ ਗੁਰੂ ਕੀ ਕਥਾ ਦਿਲ ਨੂੰ ਖਿੱਚ ਪਾਉਣ ਵਾਸਤੇ ਕ੍ਰਿਸ਼ਨ ਬਦੀ ਬੰਸਰੀ ਵਰਗੀ ਹੈ। ਸੁਧ ਕਰਨ ਕੋ ਗੰਗ ਧਾਰ ਸੀ। ਗੰਗਾ ਦੇ ਵਿੱਚ ਇਸ਼ਨਾਨ ਕਰਨਾ ਜੀਵ ਕਹਿੰਦਾ ਪਵਿੱਤਰ ਹੋ ਗਿਆ। ਗੁਰੂ ਕੀ ਕਥਾ ਸਰਵਣ ਕਰਦਾ ਹੈ ਤੇ ਗੁਰਮੁਖੋ ਇੱਥੇ ਸਾਧ ਸੰਗਤ ਦੇ ਵਿੱਚ ਕਥਾ ਜਿਹੜੀ ਹੈ ਜੀਵ ਨੂੰ ਅੰਦਰੋਂ ਧੋ ਦਿੰਦੀ ਹੈ, ਸ਼ੁੱਧ ਕਰਦੀ ਹੈ ਪਾਪਾਂ ਦੀ ਮੈਲ। ਇਸ ਕਰਕੇ ਗੰਗਾ ਧਾਰ ਵਰਗੀ ਹੈ। ਭੁਗਤ ਮੁਕਤ ਦਾ ਜਨ ਬਨਾਰਸੀ। ਇਹ ਜਿਵੇਂ ਭੁਗਤੀ ਤੇ ਮੁਕਤੀ, ਇਹ ਪਦਾਰਥ ਔਰ ਮੁਕਤੀ ਦੇਣ ਵਾਸਤੇ ਲੋਕਾਂ ਨੂੰ ਬਨਾਰਸ ਰੂਪ ਹੈ, ਬਨਾਰਸ ਦੀ ਧਰਤੀ ਵਰਗੀ ਹੈ। ਸਹਿਨਸ਼ੀਲਤਾ ਦੇਤ ਛਿਮਾ ਸੀ। ਇਹ ਭਾਈ ਸਹਿਨਸ਼ੀਲਤਾ ਰੂਪੀ ਸੁਭਾਅ ਦੇਣ ਵਾਸਤੇ ਖਿਮਾ ਸਰੂਪ ਹੈ। ਸਿੱਖ ਪਾਲਨ ਹੇਤ ਰਮਾ, ਸਿੱਖਨ ਪਾਲਨ ਹੇਤ ਰਮਾ ਸੀ। ਜਿਵੇਂ ਲక్ష్ਮੀ ਹੈ ਸਾਰਿਆਂ ਨੂੰ ਪਾਲਦੀ ਹੈ, ਸਿੱਖਾਂ ਨੂੰ ਪਾਲਣ ਵਾਸਤੇ ਕਥਾ ਜਿਹੜੀ ਹੈ ਲక్ష్ਮੀ ਵਰਗੀ ਹੈ। ਦੇਤ ਕਾਮਨਾ ਕਾਮਨ ਨੀਸੀ।
ਕਾਮਨਾ ਪੂਰੀਆਂ ਕਰਨ ਵਾਸਤੇ ਕਾਮ ਮਨੀ ਸੀ। ਕਾਮ ਮਨੀ ਕਹੀਏ ਚਿੰਤਾਮਣੀ ਵਰਗੀ ਹੈ। ਸਭਨ ਸੁਖਦ ਸੁਰ ਤਰੂ ਬਣੀ ਸੀ। ਇਹ ਕਥਾ ਤਾਂ ਕਲਪ ਬ੍ਰਿਸ਼ਾਂ ਦੀ ਬਗੀਚੀ ਵਾਂਗ ਹੈ। ਗੁਰ ਸਿੱਖਨ ਹਿਤ ਰਤਨਾ ਕਰਸੀ। ਔਰ ਗੁਰੂ ਦੇ ਸਿੱਖਾਂ ਵਾਸਤੇ ਰਤਨਾਂ ਦੀ ਖਾਣ ਵਰਗੀ ਹੈ। ਘਨਾ ਆਨੰਦ ਪੁਦ ਲਵਨਾ ਕਰਸੀ। ਘਨਾ ਆਨੰਦ ਬੇਅੰਤ ਅਦਿਕ ਆਨੰਦ ਦੇਣ ਵਾਸਤੇ ਲੂਣ ਦੀ ਖਾਣ ਵਰਗੀ ਹੈ। ਸ੍ਰੀ ਗੁਰ ਕੇ ਜਹ ਚਰਤ ਸੁਹੇਲੇ। ਇਹ ਦੇਖੋ ਗੁਰੂ ਮਹਾਰਾਜ ਜੀ ਦੇ ਭਾਈ ਚਰਤ ਕੌਤਕ ਜਿਹੜੇ ਹਨ ਸੁਖ ਦੇਣ ਵਾਲੇ ਜਾਂ ਸੁਖਦਾਈ ਕੌਤਕ। ਕਰੀ ਕੋ ਕਰਮਨ ਹੇਤ ਬਘੇਲੇ। ਇਹ ਕੌਤਕਾਂ ਦੀ ਕਥਾ ਜਿਹੜੀ ਹੈ ਕਰੀ ਕੋ ਕਰਮਨ ਹੇਤ ਬਘੇਲੇ, ਖੋਟੇ ਕਰਮਾਂ ਦੇ ਹਾਥੀਆਂ ਨੂੰ ਮਾਰਨ ਲਈ ਸ਼ੇਰ ਵਰਗੀ ਹੈ। ਪਾਪ ਸਾਂਪ ਜੇ ਤਕ ਜਨ ਘੇਰੇ। ਤੇ ਜਿਹੜੇ ਭਾਈ ਪਾਪਾਂ ਰੂਪੀ ਸੱਪ ਜਿੰਨੇ ਵੀ ਹਨ ਤਿਨ ਕੋ ਗਰੜ ਚਰਤ ਗੁਰ ਹੇਰੇ। ਇਹ ਗੁਰੂ ਕੇ ਕੌਤਕਾਂ ਦੀ ਕਥਾ ਗਰੜ ਸਮਾਨ ਹੈ। ਜਿਵੇਂ ਗਰੜ ਜਿਹੜਾ ਪੰਛੀ ਸੱਪ ਖਾ ਜਾਂਦਾ, ਇਹ ਪਾਪ ਨਾਸ਼ ਕਰਦੀ ਹੈ। ਔਰ ਕਵਲਨ ਕੋ ਤੋਖਤ ਦਿਨ ਕਰ। ਤੇ ਜਿਵੇਂ ਭਾਈ ਸੂਰਜ ਹੈ ਉਹ ਕਮਲ ਫੁੱਲ ਨੂੰ ਖੜਾ ਦਿੰਦਾ। ਔਰ ਕਵਲਨ ਹਿਰਦੇ ਰੂਪੀ ਕਮਲਾਂ ਨੂੰ ਖੜਾਉਣ ਵਾਸਤੇ ਸੂਰਜ ਰੂਪ ਹੈ। ਮਤ ਕਵੀਆਂ ਕੋ ਪੋਖ ਕਹਿਮ ਕਰ। ਜਿਹੜੇ ਭਾਈ ਬੁੱਧੀ ਰੂਪੀ ਕਵੀਆਂ, ਕਵੀ ਦਾ ਭਾਵ ਇੱਥੇ ਜਿਹੜੀਆਂ ਕਮੀਆਂ, ਰਾਤ ਨੂੰ ਖਿੜਨ ਵਾਲੇ ਫੁੱਲ ਤੇ ਉਹਨੂੰ ਚੰਦਰਮਾ ਚੜੇ ਤੋਂ ਜਿਹੜੇ ਖਿੜਦੇ ਆ, ਇਹ ਬੁੱਧੀ ਰੂਪੀ ਕਮੀਆਂ ਨੂੰ ਖੜਾਉਣ ਵਾਸਤੇ ਚੰਦਰਮਾ ਰੂਪ ਹੈ। ਸਿੱਖ ਹੰਸਨ ਹਿਤ ਮਾਨ ਸਰੋਵਰ। ਤੇ ਸਿੱਖ ਰੂਪੀ ਹੰਸਾਂ ਵਾਸਤੇ ਭਾਈ ਮਾਨ ਸਰੋਵਰ ਸਰੂਪ ਹੈ। ਜਨ ਬਿਹੰਗਨ ਹਿਤ ਸਫਲ ਤਰੋਵਰ। ਔਰ ਜਿਹੜੇ ਜਨ ਸੇਵਕ ਰੂਪ ਪੰਛੀ ਹਨ ਬਿਹੰਗਨ, ਉਹਨਾਂ ਵਾਸਤੇ ਸਫਲ ਤਰੋਵਰ। ਤਰੋਵਰ ਕਹੀਏ ਦਰਖਤ ਸਹਿਤ ਫਲ ਸ੍ਰੇਸ਼ਟ ਸੋਹਣੇ ਫਲਦਾਰ ਦਰਖਤ ਵਰਗੀ ਹੈ। ਜੈ ਕਿਛ ਉਪਮਾ ਨਾਹੀ ਉਚਾਰੀ। ਕਿਉਂ ਕਵੀ ਜੀ ਦੇਖੋ ਇੱਥੇ ਕਥਾ ਦੀ ਮਹਿਮਾ ਛੰਦਾਬੰਦੀ ਵਿੱਚ ਕਹਿੰਦੇ ਆ। ਤੇ ਇਹ ਇੱਕ ਬੜਾ ਕਵੀ ਦੀ ਅੰਦਰ ਦੀ ਨਿਪੁੰਨਤਾ ਦਾ ਗੁਰਮੁਖੋ ਨਮੂਨਾ ਹੈ, ਉਦੁੱਤੀ ਭਾਵ ਹੈ। ਜਹ ਕਿਛ ਉਪਮਾ ਨਾਹੀ ਉਚਾਰੀ। ਕਹਿੰਦੇ ਭਾਈ ਇਹ ਜਿਹੜੀ ਕੁਛ ਕੋ ਉਪਮਾ ਜਿਹੜੀ ਹੈ, ਮੈਂ ਥੋੜੀ ਜੀ ਉਪਮਾ, ਮੈਂ ਪੂਰੀ ਕੋਈ ਬਹੁਤੀ ਉਪਮਾ ਨਹੀਂ ਕਹੀ। ਜਥਾ ਪਿਖੀ ਹਮ ਤਥਾ ਦਿਖਾਰੀ। ਇਹ ਤਾਂ ਮੈਂ ਕੋਈ ਐਵੇਂ ਨਹੀਂ ਇਧਰੋਂ ਉਧਰੋਂ ਇਕੱਠੀ ਕਰਕੇ ਕਹਿਤੀ, ਜਿੰਨਾ ਕਿ ਮੈਂ ਵੇਖੀ ਹੈ ਜੀਵਨ ਵਿੱਚ ਕਿ ਕਿੰਨੀਆਂ ਬਰਕਤਾਂ ਹਨ ਉਹ ਮੈਂ ਤੁਹਾਨੂੰ ਦਿਖਾਈ ਹੈ। ਗੁਰ ਗਾਥਾ ਕੇ ਜਸ ਕੀ ਗਾਥਾ। ਗੁਰੂ ਮਹਾਰਾਜ ਦੇ ਇਤਿਹਾਸ, ਗੁਰੂ ਕੇ ਮਹਿਮਾ ਜਸ ਦੀ ਜੋ ਇਹ ਕਥਾ, ਕਹਿ ਨਾ ਸਕਤ ਸਭ ਵਿਦਿਆ ਨਾਥਾ। ਉਹ ਕਹਿੰਦੇ ਸਭ ਤਰ੍ਹਾਂ ਕਰਕੇ ਮੈਂ ਪੂਰੇ ਤੌਰ ਤੇ ਕਹਿ ਨਹੀਂ ਸਕਦਾ। ਭਾਵ ਕਿ ਇਹ ਨਹੀਂ ਹੈ ਮੈਂ ਇਹਨੂੰ ਪੂਰਨ ਤੌਰ ਤੇ ਕਹਿ ਦੇ, ਮੈਂ ਕਹਿ ਨਾ ਸਕਤ ਸਭ ਵਿਦ ਅਹਨਾਥਾ। ਇਹ ਤਾਂ ਜਾਣੋ ਕਿ ਸਾਰੇ ਤਰ੍ਹਾਂ ਕਰਕੇ ਸ਼ੇਸ਼ਨਾਗ, ਜਿਵੇਂ ਸ਼ੇਸ਼ਨਾਗ ਹੈ ਉਹ 2000 ਜੀਵ ਨਾਲ ਨਿਤ ਨਵਾਂ ਪ੍ਰਮਾਤਮਾ ਦਾ ਨਾਮ ਲੈਂਦਾ ਹੈ, ਫਿਰ ਵੀ ਵਾਹਿਗੁਰੂ ਦੇ ਨਾਮਾਂ ਦਾ ਅੰਤ ਨਹੀਂ ਆਉਂਦਾ। ਸਹਿਸ ਫਨੀ ਜਪਿਓ ਸ਼ੇਖ ਨਾਗੈ, ਹਰ ਜਪਤਿਆ ਅੰਤ ਨਾ ਪਾਵੈ ਕੋ। ਇਹ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਕਥਾ ਮਹਿਮਾ ਜਸ ਦਾ ਕੋਈ ਅੰਤ ਨਹੀਂ। ਬਾਣੀ ਕਹਿ ਕਹਿ ਥਕਤ ਸਾਰਦਾ। ਜਿਹੜੀ ਸਾਰਦਾ ਸਰਸਵਤੀ ਰੂਪ ਬਾਣੀ ਹੈ ਕਾਵ ਕਵਿਤਾ ਦੁਆਰਾ, ਉਹ ਵੀ ਕਹਿ ਕਹਿ ਕੇ ਬਾਣੀ ਵੀ ਥੱਕ ਜਾਂਦੀ ਹੈ। ਚਕਿਤ ਛਕਤ ਰਹਿ ਵਿਧੀ ਨਾਰਦਾ। ਚਕਿਤ ਚਕਰਤ ਕਰਨ ਵਾਲੀ ਹੈ, ਛਕਤ ਹੈਰਾਨ ਕਰਨ ਵਾਲੀ ਹੈ। ਨਾਰਦ ਦੀ ਦੱਸੀ ਹੋਈ ਕੀਰਤਨ ਭਗਤੀ ਦੀ ਵਿਧੀ ਹੈ। ਜਿਨ ਕੇ ਜਸ ਕਹਿਤੇ ਸੁਰ ਬਾਂ, ਜਿਸ ਕੇ ਜਸ ਕਹਿਤੇ ਸੁਰ ਥਕੈ। ਜਿਨ ਕੇ ਜਸ ਕੇ, ਜਿਹਦਾ ਜਸ ਕਹਿੰਦੇ ਹੋਏ ਦੇਵਤੇ ਵੀ ਥੱਕ ਜਾਂਦੇ ਨੇ। ਅਸ ਕਵ ਕੌਣ ਜੋ ਸਭ ਕਹਿ ਸਕੈ। ਐਸਾ ਕਿਹੜਾ ਕਵੀ ਹੈ ਭਾਈ ਫਿਰ ਜਿਹੜਾ ਸਾਰੀ ਕਹਿ ਸਕਦਾ ਹੈ।
ਵਿਦ ਸਮ ਬੁੱਧ ਹੋਵੇ ਪੁਨ ਜਾ ਕੀ। ਇਹ ਬ੍ਰਹਮਾ ਵਰਗੀ ਕੋਈ ਕਿਸੇ ਦੀ ਬੁੱਧੀ ਹੋਵੇ, ਧੜ ਪਰ ਬਦਨ ਕੋਟ ਹੈ ਬਾਕੀ। ਤੇ ਇੱਕ ਧੜ ਦੇ ਉੱਤੇ ਕਰੋੜਾਂ ਸੋਹਣੇ ਸੁੰਦਰ ਮੁਖ ਹੋਣ। ਇੱਕ ਇੱਕ ਮੁਖ ਮੈਂ ਪੁਨਾ ਪਛਾਨੋ। ਤੇ ਇੱਕ ਇੱਕ ਮੁਖ ਦੇ ਵਿੱਚ ਕਹਿੰਦੇ ਇਹ ਜਾਣੋ, ਕੋਟ ਕੋਟ ਹੋਏ ਜਿਹਬਾ ਮਾਨੋ। ਕਰੋੜ ਕਰੋੜ ਇੱਕ ਇੱਕ ਮੂੰਹ ਦੇ ਵਿੱਚ ਜੀਭਾ ਮੰਨ ਲਵੋ। ਇੱਕ ਇੱਕ ਜਿਹਬਾ ਪਰ ਵਿਸਾਰ ਦਾ। ਇੱਕ ਇੱਕ ਜੀਵਾ ਦੇ ਪਰ ਬਹੁਤ ਹੀ ਉੱਤਮ। ਕੋਟ ਕੋਟ ਹੈ ਸਥਿਤ ਸਾਰ ਦਾ। ਕਰੋੜਾਂ ਕਰੋੜਾਂ ਜਿਹੜੀਆਂ ਸਾਰਸਵਤੀਆਂ ਬੈਠੀਆਂ, ਸਰਸਵਤੀਆਂ ਬੈਠੀਆਂ ਹੋਣ। ਕੋਟ ਕਲਪ ਲਓ ਆਲਸ ਤਜ ਕੈ। ਤੇ ਕਰੋੜਾਂ ਕਲਪਾਂ ਤੱਕ ਭਾ ਪੁਰਾਣਾ ਚਾਹੁੰਦਾ ਹੈ ਕਿ ਬ੍ਰਹਮਾ ਦਾ ਇੱਕ ਦਿਨ ਜੋ 4.5 ਅਰਬ 32 ਕਰੋੜ ਸਾਲ ਦਾ ਕਿਹਾ, ਉਹਨੂੰ ਫਿਰ ਕਲਪ ਕਹਿੰਦੇ, ਇੱਕ ਕਲਪ ਬਣਦਾ ਹੈ। ਇਸ ਤਰ੍ਹਾਂ ਜਾਂ ਮੱਕੇ ਦੀ ਗੋਸ਼ਟ ਮੁਤਾਬਕ ਲਿਖਿਆ ਕਿ ਕਲਪ ਬਿਰਛ ਦਾ ਇੱਕ ਪੱਤਾ ਝੜਨ ਤੇ, ਕਲਪ ਦੇ ਸਾਰੇ ਪੱਤੇ ਝੜਨ ਤੇ ਫਿਰ ਇੱਕ ਮਹਾਕਲਪ ਪਰਲੋ ਹੁੰਦੀ ਹੈ। ਤੇ ਇਹੋ ਜਿਹੀ ਉਹ ਕਲਪ ਲਿਖਿਆ ਕਿ ਇੰਨਾ ਸਮਾਂ ਆਲਸ ਛੱਡ ਕਰਕੇ ਨਿਸ ਦਿਨ ਗੁਰ ਜਸ ਗਾਵੇ ਗੱਜ ਕੈ। ਪੂਰੇ ਚੜ੍ਹਦੀ ਕਲਾ ਨਾਲ ਭਾਈ ਦਿਨ ਰਾਤ ਕੋਈ ਗੁਰੂ ਦਾ ਜਸ ਗਾਉਂਦਾ ਰਹੇ। ਕਿੰਨਾ ਕੁਛ ਲਿਖਿਆ। ਕਹਿੰਦੇ ਬ੍ਰਹਮਾ ਵਰਗੀ ਬੁੱਧੀ ਹੋਵੇ, ਇੱਕ ਧੜ ਦੇ ਉੱਤੇ ਕਰੋੜਾਂ ਸੋਹਣੇ ਸੋਹਣੇ ਮੁਖ ਹੋਣ, ਤੇ ਇੱਕ ਮੁਖ ਦੇ ਵਿੱਚ ਕਰੋੜਾਂ ਕਰੋੜ ਕਰੋੜ ਜੀਵ ਹੋਵੇ, ਇੱਕ ਜੀਵ ਦੇ ਉੱਤੇ ਕਰੋੜ ਕਰੋੜ ਸਰਸਵਤੀ ਬੈਠੀ ਹੋਵੇ, ਤੇ ਲਗਾਤਾਰ ਕੋਟ ਕਲਪ 4 ਅਰਬ 32 ਸਾਲ ਬ੍ਰਹਮੇ ਦਾ ਇੱਕ ਦਿਨ ਲਿਖਿਆ ਕਲਪ। ਤੇ ਜਾਂ ਇੱਕ ਇਹ ਕਲਪ ਬਿਰਛ ਦਾ ਪੱਤਾ ਉਹ ਜਦੋਂ ਝੜਦਾ ਹੈ, ਕਲਪ ਦੇ ਸਾਰੇ ਪੱਤੇ ਜਦੋਂ ਝੜਦੇ ਨੇ ਉਦੋਂ ਮਹਾਕਲਪ ਹੁੰਦਾ ਹੈ। ਇੰਨਾ ਸਮਾਂ ਕੋਈ ਗਿਣਤੀ ਕਰੋੜਾਂ ਕਲਪ ਲਗਾਤਾਰ ਰਾਤ ਦਿਨ ਕੋਈ ਗੁਰੂ ਦਾ ਜਸ ਗਾਉਂਦਾ ਹੈ। ਤਦਪ ਅੰਤ ਨਹੀਂ ਵਹਿ ਪਾਵੇ। ਫਿਰ ਵੀ ਭਾਈ ਗੁਰੂ ਦੇ ਜਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰ ਘਰ ਕਾ ਜਸ ਪਰੈ ਰਹਾਵੇ। ਇਸ ਕਰਕੇ ਗੁਰੂ ਦੇ ਘਰ ਦਾ ਜਸ ਜਿਹੜਾ ਉਹ ਪਰੇ ਤੋਂ ਪਰੇ ਬੇਅੰਤ ਹੈ। ਫਿਰ ਹਮ ਕਬ ਕੋ ਵਿਦ ਨ ਕਹਾਵਤ। ਕਹਿੰਦੇ ਫਿਰ ਭਾਈ ਅਸੀਂ ਕੋਈ ਕਵੀ ਜਾਂ ਵਿਦਵਾਨ ਨਹੀਂ ਕਹਾਉਂਦੇ। ਚਾਲ ਕਵਨ ਕੀ ਲਬਨ ਨ ਆਵਤ। ਜਿਹੜੀ ਕਵੀਆਂ ਦੀ ਕਵਿਤਾ ਕਰਨ ਦਾ ਜਿਹੜਾ ਚਾਲ ਹੁੰਦੀ ਹੈ, ਢੰਗ ਥੋੜਾ ਜਿੰਨਾ ਵੀ ਨਹੀਂ ਆਉਂਦਾ। ਤੁੱਛ ਬੁੱਧ ਆਲਸ ਕੇ ਭਰੇ। ਕਹਿੰਦੇ ਮੈਂ ਤਾਂ ਤੁੱਛ ਬੁੱਧੀ ਵਾਲਾ ਤੇ ਆਲਸ ਦਾ ਭਰਿਆ ਹੋਇਆ ਹਾਂ। ਦ੍ਰਿੜ ਹੰਗਤਾ ਮਮਤਾ ਮੈਂ ਜਰੇ। ਮੇਰੇ ਵਿੱਚ ਬਹੁਤ ਜ਼ਿਆਦਾ ਹੰਗਤਾ, ਮੈਂ ਮਮਤਾ ਵਿੱਚ ਹੰਗਤਾ ਮਮਤਾ ਚ ਸੜਿਆ ਹੋਇਆ ਹਾਂ। ਔਕਤ ਜੁਗਤ ਨਹਿ ਫੁਰਤ ਵਖਤ ਪਰ। ਸਮੇਂ ਦੇ ਉੱਤੇ ਕਹਿੰਦੇ ਮੌਕੇ ਦੇ ਉੱਤੇ ਮੈਨੂੰ ਕੋਈ ਉਗਤੀ ਦਲੀਲ ਇਹ ਵੀ ਨਹੀਂ ਫੁਰਦੀ ਹੈ। ਕਾਬ ਕੋਸ਼ ਨਹਿ ਪੜ੍ਹੇ ਸੁਨੇ ਤਰ। ਜਿਹੜੇ ਕਵਿਤਾ ਦੇ ਕੋਸ਼ ਹੁੰਦੇ ਆ, ਸਮ ਅਰਥ ਕੋਸ਼, ਕਵਿਤਾ ਦੇ ਕੋਸ਼ ਸ਼ਬਦ ਭੰਡਾਰ, ਉਹ ਵੀ ਮੈਂ ਕੋਈ ਬਹੁਤੇ ਪੜ੍ਹੇ ਸੁਣੇ ਨਹੀਂ। ਸਭ ਬਿਦ ਨਿਰਨੇ ਕਰ ਨਿਰਖਾਹੀ। ਤੇ ਸਾਰੇ ਨਿਰਣੇ ਕਰਕੇ ਵੇਖ ਲਿਆ, ਕਿਸੀ ਭਾਂਤ ਹਉ ਲਾਇਕ ਨਾਹੀ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਖਾਲਸਾ ਜੀ ਮੈਂ ਤੇ ਕਿਸੇ ਤਰ੍ਹਾਂ ਕਰਕੇ ਵੀ ਕਿਸੇ ਪਾਸਿਓਂ ਵੀ ਲਾਇਕ ਨਹੀਂ। ਪਰ ਦਿਲ ਮੈਂ ਜਹ ਸ਼ੌਕ ਰਹਾਵਤ। ਪਰ ਮੇਰੇ ਦਿਲ ਵਿੱਚ ਫਿਰ ਵੀ ਇੱਕ ਸ਼ੌਕ ਰਹਿੰਦਾ ਹੈ। ਰਹੋ ਰੈਨ ਦਿਨ ਗੁਰ ਜਸ ਗਾਵਤ। ਸ਼ੌਕ ਇਹ ਹੈ ਕਿ ਮੈਂ ਦਿਨ ਰਾਤ ਗੁਰੂ ਦਾ ਜਸ ਗਾਉਂਦਾ ਰਹਾ। ਨਿਪਟ ਢੀਠਤਾ ਹੈ ਜੈ ਮੇਰੀ। ਨਿਪਟ ਕਹੀਏ ਕੇਵਲ ਮੇਰੀ ਤੇ ਇਹੀ ਢੀਠਪੁਣਾ ਹੈ। ਜਿਉਂ ਪਿੰਗਲ ਚਹਿ ਸਭ ਧਰ ਹੇਰੀ। ਢੀਠਪੁਣਾ ਕੀ ਹੈ? ਜਿਵੇਂ ਪਿੰਗਲਾ ਸਾਰੀ ਧਰਤੀ ਨੂੰ ਘੁੰਮਣਾ ਚਾਹੁੰਦਾ ਹੋਵੇ। ਚੀਟੀ ਸਿੰਧ ਪਾਰ ਚਹਿ ਜਾਇਆ। ਕੀੜੀ ਜਿਹੜੀ ਆ ਉਹ ਸਿੰਧ ਸਮੁੰਦਰ ਨੂੰ ਪਾਰ ਕਰਨਾ ਚਾਹੇ। ਚਹਿਤ ਮਸ਼ਕ ਜਿਮ ਮੇਰ ਉਠਾਇਆ।
ਜਿਵੇਂ ਮਸ਼ਕ ਨਾ ਮੱਛਰ ਦਾ ਮੇਰ ਸੁਮੇਰ ਪਰਬਤ ਨੂੰ ਮੱਛਰ ਉਠਾਉਣਾ ਚਾਹੁੰਦਾ ਹੋਵੇ। ਫਿਰ ਭਰੋਸ ਮੁਝ ਕੋ ਇੱਕ ਆਵੇ। ਮੈਨੂੰ ਇਹ ਲੱਗਦਾ ਹੈ ਹੁਣ ਮੱਛਰ ਸੁਮੇਰ ਪਰਬਤ ਨਹੀਂ ਠਾ ਸਕਦਾ, ਕੀੜਾ ਸਮੁੰਦਰ ਨਹੀਂ ਪਾਰ ਕਰ ਸਕਦਾ, ਪਿੰਗਲਾ ਧਰਤੀ ਨਹੀਂ ਘੁੰਮ ਸਕਦਾ। ਉਹ ਠੀਕ ਹੈ, ਭਾਵੇਂ ਅੱਜ ਅਨੇਕਾਂ ਸਾਧਨ ਆ ਗਏ, ਇੱਥੇ ਤੁਰ ਕੇ ਘੁੰਮਣ ਦੀ ਗੱਲ ਹੈ, ਤੇ ਪਰ ਫਿਰ ਵੀ ਕਹਿੰਦੇ ਫਿਰ ਭਰੋਸ ਮੁਝ ਕੋ ਇੱਕ ਆਵੇ। ਇਹ ਫਿਰ ਵੀ ਮੈਨੂੰ ਇੱਕ ਭਰੋਸਾ ਹੈ ਜਿਹੜਾ ਸਾਹਮਣੇ ਆਉਂਦਾ ਹੈ, ਲਾਜ ਬਿਰਦ ਕੀ ਗੁਰੂ ਰਖਾਵੇ, ਕਿ ਗੁਰੂ ਮਹਾਰਾਜ ਹੈ ਆਪਣੇ ਸਿੱਖ ਸੇਵਕ ਦੀ ਬਿਰਦ ਬਾਣੇ ਦੀ ਲਾਜ ਰੱਖਣਗੇ। ਤਾਂ ਤੇ ਨਿਜ ਜਨ ਸ਼ਰਨ ਪਰੇ ਕੀ, ਤੇ ਜੋ ਭਾਈ ਆਪਣੇ ਸੇਵਕ ਦੇ ਸ਼ਰਨ ਪਏ ਦੀ ਲਾਜ ਰਾਖ ਹੈ ਪਰਨ ਕਰੇ ਕੀ। ਜੋ ਸਤਿਗੁਰਾਂ ਦੀ ਪਰਨ ਹੈ ਕਿ ਮੈਂ ਸ਼ਰਨ ਪਏ ਦੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਬਿਰਦ ਸੁਆਮੀ ਸੰਦਾ ਇਹ ਪ੍ਰਤੱਗਿਆ ਹੈ, ਜਾਹੀ ਤੇ ਪੁਨ ਪੁਨ ਕਰ ਜੋਰੀ। ਇਸ ਕਰਕੇ ਮੈਂ ਬਾਰ-ਬਾਰ ਹੱਥ ਜੋੜ ਕੇ ਕਰਹੁ ਅਰਜ ਨਿਹੋਰ ਨਿਹੋਰੀ। ਬਹੁਤ ਹੀ ਨਿਮਰਤਾ ਦੇ ਨਾਲ ਮੈਂ ਬੇਨਤੀ ਕਰਦਾ, ਹੇ ਸਤਿਗੁਰ ਕਰੁਣਾ ਨਿਧ ਸਮਰੱਥ। ਹੇ ਸਤਿਗੁਰੂ ਜੀ, ਕਿਰਪਾ ਦੇ ਸਮੁੰਦਰ ਸਰਵ ਕਲਾ ਸਮਰੱਥ, ਤਾਰਨ ਤਰਨ ਬਿਥਾਰਨ ਸੁਰਤ ਪਥ। ਤੁਸੀਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੋ, ਔਰ ਇਹ ਜਿਹੜਾ ਗਿਆਨ ਮਾਰਗ ਹੈ ਇਹਨੂੰ ਫਲਾਉਣ ਵਾਲੇ ਹੋ। ਨਦੀ ਬਗੇਂਦੀ ਥਲ ਤੁਮ ਕਰਤੇ, ਤੁਸੀਂ ਵਗਦੀ ਨਦੀ ਦੀ ਥਾਂ ਤੇ ਰੇਤ ਦੇ ਟਿੱਬੇ ਬਣਾ ਸਕਦੇ ਹੋ। ਗੁਰਬਾਣੀ ਵਿੱਚ ਐਸੇ ਬਚਨ ਆਉਂਦੇ ਆ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ। ਮਾਝ ਕੀ ਵਾਰ ਦੇ ਵਿੱਚ ਬਚਨ ਹਨ। ਤੋ ਮਹਾਰਾਜ ਤੂੰ ਜਿੱਥੇ ਨਦੀਆਂ ਚੱਲਦੀਆਂ ਉੱਥੇ ਟਿੱਬੇ ਬਣਾ ਸਕਦਾ ਹੈ। ਜਲ ਅਸਗਾਹ ਥਲੋ ਮੈਂ ਭਰਤੇ, ਤੇ ਜਿੱਥੇ ਭਾਈ ਥਲ ਹੈ ਵੱਡੇ ਵੱਡੇ ਟਿੱਬੇ ਆ ਉੱਥੇ ਅਸਗਾਹ ਡੂੰਘਾ ਡੂੰਘਾ ਜਲ ਪੈਦਾ ਕਰ ਸਕਦਾ ਹੈ। ਕੀੜਾ ਥਾਪ ਦੇਤ ਪਤਸ਼ਾਹੀ, ਤੂੰ ਮਹਾਰਾਜ ਕੀੜਿਆਂ ਨੂੰ ਪਾਤਸ਼ਾਹੀਆਂ ਦੇ ਸਕਦਾ, ਥਾਪ ਸਕਦਾ, ਬਾਦਸ਼ਾਹ ਬਣਾ ਸਕਦਾ। ਪਤਸ਼ਾਹਨ ਕੋ ਕਰਹੁ ਕਾਹੀ, ਤੇ ਵੱਡੇ ਵੱਡੇ ਪਾਤਸ਼ਾਹਾਂ ਨੂੰ ਕਾਹੀ ਬਣਾ ਸਕਦਾ ਹੈ। ਲਸ਼ਕਰ ਲੱਖੋਂ ਖਾਕ ਮਿਲਾਵਤ, ਤੇ ਲੱਖਾਂ ਲਸ਼ਕਰਾਂ ਨੂੰ ਸਵਾਹ ਬਣਾ ਸਕਦਾ ਹੈ, ਖਾਕ ਮਿੱਟੀ ਚ ਮਿਲਾ ਸਕਦਾ ਹੈ। ਮਸ਼ਕਨ ਤੈ ਤੁਮ ਸੈਲ ਤੁੜਾਵਤ, ਹਾਂ ਤੂੰ ਮਿਹਰ ਕਰ ਦੇਵੇਂ ਮੱਛਰਾਂ ਤੋਂ ਵੀ ਪਹਾੜ ਤੁੜਾ ਸਕਦਾ ਹੈ। ਮਮ ਔਰ ਨਭ ਤੇ ਮੇਘ ਮਲਿਨਤਾ, ਤੇ ਮੇਰੇ ਹਿਰਦੇ ਦੇ ਆਕਾਸ਼ ਤੋਂ ਮਲੀਨਤਾ ਰੂਪੀ ਬੱਦਲਾਂ ਨੂੰ ਦੇਹੋ ਦੂਰ ਕਰ ਕਿਰਪਾ ਪਵਨਤਾ, ਆਪਣੀ ਕਿਰਪਾ ਰੂਪੀ ਹਵਾ ਨਾਲ ਸਤਿਗੁਰੂ ਦੂਰ ਕਰ ਦਿਓ। ਤੁਛ ਬੁੱਧ ਹਮਰੀ ਸਮ ਸਬਰੀ, ਸਬਰੀ ਕਹਿੰਦੇ ਨੇ ਭੀਲਣੀ ਨੂੰ, ਕਿਉਂਕਿ ਜਿਹੜੀ ਭੀਲਣੀ ਸੀ ਉਹ ਸਬਰ ਗੋਤ ਦੀ ਸੀ, ਇਸ ਕਰਕੇ ਭੀਲਣੀ ਦਾ ਨਾਮ ਸਬਰੀ ਆਉਂਦਾ। ਪੰਪਾ ਸਰ ਸਰੋਵਰ ਦੇ ਕਿਨਾਰੇ ਉਹ ਬੈਠ ਕੇ ਸੇਵਾ ਕਰਦੀ, ਤੇ ਨੀਚ ਜਾਤ ਸਮਝ ਕੇ ਉਹ ਸਮੇਂ ਦੇ ਰਿਖੀਆਂ ਨੇ ਉਹਨੂੰ ਮਾਰਿਆ ਕੁੱਟਿਆ। ਭਗਤਣੀ ਸੀ ਭਗਵਾਨ ਰਾਮਚੰਦਰ ਜੀ ਦੀ, ਇਸ ਕਰਕੇ ਰਾਮਚੰਦਰ ਜੀ ਨੇ ਭੀਲਣੀ ਦੇ ਘਰ ਜਾ ਕੇ ਬੇਰ ਖਾਧੇ। ਜਦੋਂ ਭਗਵਾਨ ਰਾਮਚੰਦਰ ਭੀਲਣੀ ਦੇ ਘਰ ਚਲੇ ਗਏ, ਭੀਲਣੀ ਨੂੰ ਜਦੋਂ ਉਹ ਪੰਪਾ ਸਰ ਸਰੋਵਰ ਦਾ ਪਾਣੀ ਲੈਣ ਗਈ, ਉੱਥੋਂ ਦੇ ਏਸ਼ੀਆਂ ਨੇ ਬ੍ਰਾਹਮਣਾਂ ਨੇ ਕੁੱਟਿਆ, ਤੂੰ ਨੀਵੀਂ ਜਾਤ ਦੀ ਹੈ। ਤਾਂ ਕੀ ਹੋਇਆ, ਭੀਲਣੀ ਆ ਕੇ ਆਪਣੇ ਸਥਾਨ ਤੇ ਭਗਵਾਨ ਰਾਮਚੰਦਰ ਅੱਗੇ ਅਰਦਾਸਾਂ ਕਰਨ ਲੱਗੀ, ਤੇ ਗੁਰਮੁਖੋ ਪੰਪਾ ਸਰ ਸਰੋਵਰ ਦੇ ਵਿੱਚ ਕੀੜੇ ਪੈ ਗਏ, ਕਿਸੇ ਦੇ ਵਰਤਣਯੋਗ ਪਾਣੀ ਨਾ ਰਿਹਾ, ਤੇ ਐਸੀ ਖੇਡ ਵਰਤੀ। ਫਿਰ ਅਰਦਾਸਾਂ ਕੀਤੀਆਂ ਸਾਰੇ ਰਿਖੀਆਂ ਨੇ, ਭਗਵਾਨ ਇਹ ਕੀ ਖੇਡ ਵਰਤੀ, ਨੂੰ ਪਵਿੱਤਰ ਕਰ। ਭਗਵਾਨ ਰਾਮਚੰਦਰ ਆਏ, ਸਿੱਧੇ ਭੀਲਣੀ ਦੇ ਘਰ ਚਲੇ ਗਏ। ਉਦੋਂ ਵੀ ਬੜਾ ਕਹਿੰਦੇ ਹੈ ਭਗਵਾਨ ਇੱਕ ਨੀਚ ਜਾਤਣ ਵਾਲੀ ਇਸਤਰੀ ਦੇ ਘਰ ਚਲੇ ਗਏ।
ਉਹ ਖਵਾਊ ਕਿ ਇਹਦੇ ਹੈ ਕੀ ਹੈ। ਬੇਰ ਲਿਆਈ ਤੋੜ ਕੇ, ਤੇ ਬੇਰ ਵੀ ਫਿਰ ਇਹ ਹੋਇਆ ਕਿਤੇ ਭਗਵਾਨ ਨੂੰ ਖੱਟਾ ਕੌੜਾ ਬੇਰ ਨਾ ਚਲਿਆ ਜਾਵੇ। ਥੋੜੀ ਦੰਦੀ ਇੱਕ ਪਾਸੇ ਵੱਢ ਲਿਆ ਕਰੇ ਤੇ ਦੇਖਿਆ ਕਰੇ ਖਾ ਕੇ, ਜੇ ਮਿੱਠਾ ਫਿਰ ਦੂਆ ਪਾਸਾ ਭਗਵਾਨ ਨੂੰ ਕਹਿ ਕਰੇ ਲੈ ਭਗਵਾਨ ਰਾਮ ਇਹਦੇ ਤੇ ਦੰਦੀ ਵੱਢ ਲੈ। ਹੈਰਾਨੀ ਹੋਈ, ਝੂਠੇ ਉੱਥੇ ਕਹਿੰਦੇ ਭੀਲਣੀ ਦੇ ਝੂਠੇ ਵੇਰ ਖਾਦੇ। ਜਦੋਂ ਰਿਸ਼ੀਆਂ ਮੁਨੀਆਂ ਨੇ ਅਰਦਾਸ ਕੀਤੀ ਭਗਵਾਨ ਉਹ ਪਾਣੀ ਵਿੱਚ ਕੀੜੇ ਪਏ ਵੇ ਨੇ ਪੰਪਾਸਰ ਸਰੋਵਰ ਵਿੱਚ, ਉਹਨੂੰ ਪਵਿੱਤਰ ਕਰ ਦਿਓ। ਕਹਿੰਦੇ ਭਾਈ ਇਹ ਭੀਲਣੀ ਦੇ ਚਰਨਾਂ ਦਾ ਜਲ ਉਹਦੇ ਵਿੱਚ ਪਾਓਗੇ ਤਾਂ ਉਹ ਪਵਿੱਤਰ ਹੋਊਗਾ। ਇੰਨੀ ਮਾਣ ਤੇ ਵਡਿਆਈ ਜੋ ਭਗਵਾਨ ਹੈ ਆਪਣਿਆਂ ਸੇਵਕਾਂ ਨੂੰ ਦਿੰਦਾ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤ ਕਿਸ਼ਨ ਉਤਰਿਆ ਘਰ ਜਿਸ ਜਾਏ। ਇਹ ਬੜੀਆਂ ਐਸੀਆਂ ਕਥਾਵਾਂ ਭਗਵਾਨ ਕ੍ਰਿਸ਼ਨ ਦਾਸੀ ਪੁੱਤਰ ਕ੍ਰਿਸ਼ਨ ਦੇ ਜਿਹੜੇ ਪੁੱਛੋ ਬਿਦਰ ਦੇ ਘਰ ਚਲੇ ਗਏ ਸੀ ਤੇ ਦੁਰਯੋਧਨ ਨੂੰ ਕਿਹਾ ਰਾਜਨ ਕੌਣ ਤੁਮਾਰੇ ਆਵੇ। ਉਹਨੇ ਇਤਰਾਜ਼ ਕੀਤਾ ਮੇਰੇ ਨਹੀਂ ਆਏ ਤੁਸੀਂ। ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। कबीर को ठाकर आनंद मनोदी, जात ना काहू की मानी। ऐसे भाई मेरा भी भगत कबीर सिंह कहते परमात्मा है वो बेअंत है। तो इत्थे कहते तुच्छ बुद्ध हमरी सम सबरी। ते जदों ऐसा होया वो सबरी कहिए भीलनी भी मेरी जिहड़ी बुद्धि है ये तां सबरी वर्गी है, भीलनी वांग है तुच्छ। हे गुर राम देहो कर गबरी। ਤੇ ਜਿਵੇਂ ਭਗਵਾਨ ਰਾਮ ਨੇ ਭੀਲਣੀ ਨੂੰ ਭਾਗ ਲਾਏ, ਹੇ ਮੇਰੇ ਸਤਿਗੁਰੂ ਰਾਮ ਸਰੂਪ ਮੇਰੇ ਲਈ ਤੇ ਤੁਸੀਂ ਹੋਈ ਹੋ ਭਗਵਾਨ ਸਰੂਪ, ਤੇ ਮੇਰੇ ਭਾਰੀ ਮੈਨੂੰ ਗੁਣਾ ਵਾਲਾ ਕਰ ਦਿਓ। ਜਿਵੇਂ ਭੀਲਣੀ ਨੂੰ ਸਾਰਿਆਂ ਨੂੰ ਮਹਾਨ ਬਣਾਤਾ, ਤੁਸੀਂ ਵੀ ਬਣਾ ਸਕਦੇ ਹੋ। ਭਗਤ ਭਾਵ ਜੁਤ ਕਰ ਦਿਓ ਮੀਠਾ, ਪ੍ਰੇਮ ਭਗਤੀ ਦੀ ਮਿਠਾਸ ਮੇਰੇ ਵਿੱਚ ਭਰ ਕੇ ਮੈਨੂੰ ਮਿੱਠਾ ਕਰ ਦਿਓ। ਕਹਿਰ ਜ਼ਹਿਰ ਮੈਂ ਮਮ ਮਨ ਮਮ ਰੀਠਾ। ਜਿਹੜਾ ਕਹਿਰ ਜ਼ਹਿਰ ਮੈਂ ਵਿੱਚ ਇਹ ਮਮ ਮਨ ਰੀਠਾ, ਮੇਰਾ ਮਨ ਰੂਪੀ ਜਿਹੜਾ ਰੀਠਾ ਹੈ, ਇਹ ਭਾਵ ਮਨ ਦੇ ਵਿੱਚ ਦੁੱਖ ਦਾ ਹੀ ਜ਼ਹਿਰ ਹੈ। ਜਿਵੇਂ ਰੀਠਾ ਕੌੜਾ ਹੁੰਦਾ ਹੈ, ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਗੁਰਮੁਖੋ ਰੀਠਾ ਮਿੱਠਾ ਕਰਤਾ। ਜਿੱਧਰਲੇ ਪਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਉਹ ਪਾਸਾ ਮਿੱਠਾ ਇੱਕੋ ਮੁੱਢ, ਤੇ ਜਿੱਧਰਲੇ ਪਾਸੇ ਸਿੱਧ ਬੈਠੇ ਉਧਰਲੇ ਪਾਸੇ ਲੱਗਦੇ ਰੀਠੇ ਕੌੜੇ। ਤੇ ਉਹ ਫਿਰ ਦੇਖੋ ਹੋਰ ਖੇਡ ਕਿੰਨੀ ਵਰਤਦੀ। ਜਿਹੜੇ ਮਿੱਠੇ ਰੀਠੇ ਸੀ ਉਹਨਾਂ ਤੋਂ ਅੱਗੇ ਜਿਹੜੇ ਰੀਠੇ ਪੈਦਾ ਹੋਏ ਉਹ ਅੱਗੇ ਦੀ ਅੱਗੇ ਮਿੱਠੇ ਹੀ ਪੈਦਾ ਹੋ ਰਹੇ ਹੈ। ਇਹ ਵੀ ਹੈ, ਇੱਕ ਰੀਠਾ ਨਹੀਂ। ਹੁਣ ਉੱਥੇ ਰੀਠਾ ਸਾਹਿਬ ਤਾਂ ਵੱਖਰੇ ਤੌਰ ਤੇ ਬਾਗ ਲਾਇਆ ਤੇ ਉਹ ਮਿੱਠੇ ਰੀਠਿਆਂ ਤੋਂ ਅੱਗੇ ਜਿਹੜੇ ਰੀਠੇ ਪੈਦਾ ਹੋਏ ਉਹ ਮਿੱਠੇ ਆ। ਕਈ ਕਿੰਤੂ ਕਰਦੇ ਇੰਨੇ ਰੀਠੇ ਕਿਵੇਂ ਦੇਈ ਜਾਂਦੇ ਆ, ਉਹ ਰੀਠਾ ਤਾਂ ਇੱਕ ਸੀ। ਉਹ ਭਾਈ ਉਹ ਮਿੱਠੇ ਰੀਠਿਆਂ ਤੋਂ ਅੱਗੇ ਪੈਦਾ ਹੋਏ ਰੀਠੇ ਹੈ। ਇਹ ਜਿਹੜਾ ਮੇਰਾ ਮਨ ਹੈ ਦੁਖਦਾਈ ਜ਼ਹਿਰ ਰੱਖਣ ਵਾਲਾ ਰੀਠਾ ਹੈ। ਚੱਲ ਦਾਲ ਜਿਮ ਮਨ ਮੁਝ ਮੰਦਨ ਕਾ। ਜਿਵੇਂ ਪਿੱਪਲ ਦਾ ਪੱਤਾ ਬਿਨਾਂ ਹਵਾ ਤੋਂ ਹਿਲਦਾ ਹੈ, ਚੱਲ ਦਲ ਪਿੱਪਲ ਨੂੰ ਕਹਿੰਦੇ ਆ। ਮੇਰਾ ਮਨ ਉਸ ਤਰ੍ਹਾਂ ਪਿੱਪਲ ਦੇ ਹਿਰਦੇ ਪੱਤੇ ਵਰਗਾ ਹੈ, ਭੈੜਾ ਹੈ। ਸਦ ਗੁਣ ਚਿੰਨ ਕਰ ਦੇਹੋ ਚੰਦਨ ਕਾ। ਤੇ ਮਹਾਰਾਜ ਮੇਰੇ ਅੰਦਰ ਚੰਗੇ ਗੁਣਾਂ ਦਾ ਨਿਸ਼ਾਨ ਚਿੰਨ ਲਾ ਕੇ ਮੈਨੂੰ ਚੰਦਨ ਬਣਾ ਦਿਓ। ਮਮ ਮਤ ਦੁਪਦਾ ਗਹੀ ਦੁਸ਼ਾਸਨ। ਤੇ ਮੇਰੀ ਬੁੱਧੀ ਰੂਪੀ ਦਰੋਵਤੀ ਹੈ, ਖੋਟੇ ਸੰਸਿਆਂ ਦੇ ਦੁਸ਼ਾਸਨਾਂ ਨੇ ਪਕੜ ਲਈ ਹੈ। ਯੁਕਤੀ ਚੀਰ ਬਢਾਵੋ ਰਾਸਨ। ਇਸ ਕਰਕੇ ਦਲੀਲਾਂ ਵਿੱਚ ਮੇਰੇ ਬਹੁਤ ਜ਼ਿਆਦੇ ਮੇਰੇ ਅੰਦਰ ਬੜਾਵਾ ਦੇ ਦਿਓ। ਭਾਵ ਮੇਰੇ ਰਾਸਨ ਤੋਂ ਇੱਥੇ ਬਸਤਰ ਕਹਿ ਦੇਣਾ। ਜਿਵੇਂ ਭਗਵਾਨ ਨੇ ਦਰੋਵਤਾਂ ਦੇ ਬਸਤਰ ਨਹੀਂ ਮੁੱਕਣ ਦਿੱਤੇ, ਮੇਰੇ ਕੋਲੋਂ ਮਹਾਰਾਜ ਦਲੀਲ ਉਗਤੀਆਂ ਜੁਗਤੀਆਂ ਨਾ ਮੁੱਕਣ ਦਿਓ, ਤਾਂ ਕਿ ਮੈਂ ਇਹ ਕਥਾ ਕਹਿ ਸਕਾਂ। ਮਮ ਔਰ ਊਖਰ ਮੈਂ ਪਗ ਧਾਰੀ। ਮੇਰੇ ਹਿਰਦੇ ਰੂਪੀ ਕੱਲਰ ਦੇ ਖੇਤ ਵਿੱਚ ਆਪਣਾ ਚਰਨ ਰੱਖ ਦਿਓ।
ਚਿਸ਼ਮਾ ਬਾਰ ਕਰੋ ਗੁਣ ਧਾਰੀ। ਤੇ ਗੁਣਾਂ ਦੇ ਪਾਣੀ ਦਾ ਸੋਮਾ ਮੇਰੇ ਅੰਦਰ ਪੈਦਾ ਕਰ ਦਿਓ। ਰਖਤੀ ਅਸਲਾ ਬੁੱਧ ਜੜ ਮੇਰੀ। ਮੇਰੀ ਜਿਹੜੀ ਬੁੱਧੀ ਹੈ ਜੜ ਹੈ। ਗੌਤਮ ਰਿਖੀ ਦੀ ਇਸਤਰੀ ਅਹਿਲਿਆ ਜਿਵੇਂ ਪੱਥਰ ਬਣ ਗਈ ਸੀ ਐਵੇਂ ਪੱਥਰ ਬਣੀ ਪਈ ਹੈ। ਕਰੋ ਬਸੁੱਧ ਹਰੋ ਭਵ ਬੇਰੀ। ਜਿਵੇਂ ਭਗਵਾਨ ਰਾਮ ਨੇ ਪੱਥਰ ਤੇ ਪੈਰ ਰੱਖਤਾ ਸੀ, ਚਰਨੋਂ ਪਿਘਲ ਗਿਆ ਸੀ, ਤੇ ਇਸੇ ਤਰ੍ਹਾਂ ਹੁਣ ਕਿਰਪਾ ਕਰੋ ਤੁਸੀਂ ਵੀ ਆਪਣਾ ਚਰਨ ਰੱਖ ਕੇ ਇਸ ਮੇਰੀ ਬੁੱਧੀ ਨੂੰ ਚੇਤਨ ਕਰ ਦਿਓ। ਜੰਮਣ ਮਰਨਾਂ ਦੀਆਂ ਬੇੜੀਆਂ ਕੱਟ ਦਿਓ। ਦੋਹਰਾ ਬਲੀ ਕਧਾਰੀ ਕਲੀ ਕੇ ਪਾਪ ਪਹਾੜ ਹੰਕਾਰ। ਮਹਾਰਾਜ ਜੀ ਜਿਹੜਾ ਕਲਯੁਗ ਰੂਪੀ ਬਲੀ ਕੰਧਾਰੀ ਹੈ ਤੇ ਉਹ ਪਾਪਾਂ ਤੇ ਹੰਕਾਰ ਰੂਪੀ ਪਹਾੜ ਨੂੰ ਪੰਜੋ ਦੈ ਭੰਜੋ ਗਰਭ ਦੇਹੋ ਸਰਬ ਸੁਖ ਸਾਰ। ਤੂੰ ਮਹਾਰਾਜ ਪੁੰਨ ਰੂਪੀ ਪੰਜਾ ਦੇ ਕੇ ਹੰਕਾਰ ਨੂੰ ਤੋੜ ਦੇ। ਦੇਹੋ ਸਰਬ ਸੁਖ ਸਾਰ ਤੇ ਮੈਨੂੰ ਮਹਾਨ ਸ੍ਰੇਸ਼ਟ ਸੁਖ ਬਖਸ਼ੋ। ਅਹੰਕਾਰ ਕੌਡੇ ਗਹਿਓ ਮਨ ਮਰਦਾਨਾ ਦਾਸ। ਮੇਰਾ ਜਿਹੜਾ ਮਨ ਹੈ ਮਹਾਰਾਜ ਜਿਵੇਂ ਮਰਦਾਨੇ ਨੂੰ ਕੌਡੇ ਨੇ ਫੜ ਲਿਆ ਸੀ, ਹੰਕਾਰ ਰੂਪੀ ਕੌਡੇ ਨੇ ਮੇਰਾ ਮਨ ਫੜ ਲਿਆ ਤੇ ਇਹ ਤੁਹਾਡਾ ਸੇਵਕ ਮੈਂ, ਤੁਹਾਡਾ ਮਨ ਕਰਕੇ ਦਾਸ ਹਾਂ। ਤੇਲ ਤਮਾ ਤ੍ਰਿਸ਼ਨਾ ਅਗਨ ਕਰੋ ਸ਼ਾਂਤ ਗੁਰ ਖਾਸ। ਜਿਵੇਂ ਕੌਡਾ ਤੇਲ ਕੜਾਹ ਗਰਮ ਕਰ ਲਿਆ, ਇੱਥੇ ਮਹਾਰਾਜ ਇਹ ਮੇਰਾ ਮਨ ਰੂਪੀ ਮਰਦਾਨਾ ਹੰਕਾਰ ਰੂਪੀ ਕੌਡੇ ਦਾ ਫੜਿਆ ਤੁਹਾਡਾ ਸੇਵਕ ਮੇਰਾ ਮਨ, ਤੇ ਤਮਾ ਦਾ ਤੇਲ ਹੈ, ਤ੍ਰਿਸ਼ਨਾ ਦੀ ਥੱਲੇ ਅੱਗ ਮੱਚੀ ਜਾਂਦੀ ਹੈ। ਹੇ ਮੇਰੇ ਸਤਿਗੁਰੂ ਜੀ ਕਿਰਪਾ ਕਰੋ ਉਸ ਨੂੰ ਸ਼ਾਂਤ ਕਰ ਦਿਓ। ਮਨ ਗਜ ਗ੍ਰਾਹੀ ਗਰੂਰ ਤੈ ਚਿਤਵਨ ਚੱਕਰ ਸਾਥ। ਇਹ ਜਿਹੜਾ ਮੇਰਾ ਮਨ ਹੈ ਜਿਵੇਂ ਹਾਥੀ ਨੂੰ ਤੰਦੂਏ ਨੇ ਫੜ ਲਿਆ ਸੀ, ਇਹ ਜਾਣੋ ਹੰਕਾਰ ਰੂਪੀ ਤੰਦੂਏ ਨੇ ਮੇਰਾ ਮਨ ਹਾਥੀ ਫੜਿਆ ਹੈ। ਚਿਤਵਨ ਚੱਕਰ ਸਾਤ। ਤੁਸੀਂ ਆਪਣੀ ਜਿਵੇਂ ਭਗਵਾਨ ਨੇ ਸੁਦਰਸ਼ਨ ਚੱਕਰ ਦੇ ਨਾਲ ਤੰਦੂਏ ਦੇ ਤੰਦ ਕੱਟੇ, ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਹੰਕਾਰ ਰੂਪੀ ਤੰਦੂਏ ਤੋਂ ਮੇਰੇ ਮਨ ਰੂਪੀ ਹਾਥੀ ਨੂੰ ਛੁਡਾ ਦਿਓ ਜੀ। ਲੇਹੋ ਉਬਾਰ ਸੁਖ ਸਾਰ ਦੇਹੋ ਨਾਥ ਪੰਥ ਜਦ ਨਾਥ। ਤੋ ਕਿਰਪਾ ਕਰੋ ਮੈਨੂੰ ਉਬਾਰ ਲੋ, ਸ੍ਰੇਸ਼ਟ ਸੁਖ ਬਖਸ਼ੋ। ਨਾਥ ਪੰਥ ਜਦ ਨਾਥ। ਇੱਥੇ ਭਾਵ ਹੈ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦ ਨਾਥ ਤੁਸੀਂ ਭਗਵਾਨ ਸਰੂਪ ਹੋ, ਕਿਰਪਾ ਕਰੋ। ਮਤ ਮ੍ਰਿਗੀ ਕੁੰਠਤ ਭਈ ਕਰ ਆਜ਼ਾਦ ਗੁਰ ਆਦ। ਮੇਰੀ ਮਤ ਰੂਪੀ ਮਿਰਗੀ ਹੈ ਜਿਹੜੀ ਇਹ ਕੁੰਠਤ ਪਈ ਘਿਰ ਗਈ ਹੈ, ਕਿਰਪਾ ਕਰੋ ਸਤਿਗੁਰੂ ਜੀ ਆਪ ਹੀ ਆ ਕੇ ਆਜ਼ਾਦ ਕਰੋ। ਹਰਨ ਕਸ਼ਪ ਹੰਕਾਰ ਤੇ ਰੱਖੋ ਸਮ ਪ੍ਰਹਿਲਾਦ। ਇਹ ਹਰਣਾਕਸ਼ ਰੂਪੀ ਹੰਕਾਰ ਤੋਂ ਮਹਾਰਾਜ ਜਿਵੇਂ ਪ੍ਰਹਿਲਾਦ ਨੂੰ ਰੱਖਿਆ ਮੈਨੂੰ ਰੱਖ ਲਓ। ਮੇਰੇ ਪਿੰਡੇ ਪਰ ਹਰੇ ਮੇਰੇ ਪਿੰਡੇ ਪਰ ਰਹੇ ਪਿੰਡੇ ਆਪ ਅਪਾਰ। ਮੇਰੇ ਪਿੰਡੇ ਪਰ ਰਹੇ ਪਿੰਡੇ ਪਾਪ ਅਪਾਰ। ਮਹਾਰਾਜ ਮੇਰੇ ਜਿਹੜੇ ਪੈਰ ਹੈ ਨਾ ਇਹ ਪਾਪਾਂ ਦੇ ਰਸਤੇ ਪੈ ਰਹੇ ਨੇ। ਪਿੰਡੇ ਜਿਮ ਤਿਨ ਕੋ ਹਰੋ ਹਰ ਗੋਬਿੰਦ ਗੁਰ ਭਾਰ। ਹੇ ਗੁਰੂ ਮਹਾਰਾਜ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਪੈਂਡੇ ਖਾਂ ਪਠਾਨ ਨੂੰ ਜਿਵੇਂ ਹਰਿਆ, ਭਾਵ ਉਹਨੂੰ ਤੁਸੀਂ ਉਹਦੇ ਤੇ ਦੇਖੋ ਮਿਹਰ ਕਰਤੀ, ਇਹ ਉਹਦਾ ਮਾਣ ਹੰਕਾਰ ਤੋੜਤਾ ਜੰਗ ਦੇ ਵਿੱਚ। ਇਸ ਤਰ੍ਹਾਂ ਮੈਨੂੰ ਵੀ ਪਾਪਾਂ ਦੇ ਰਸਤੇ ਤੋਂ ਪਾਸੇ ਕਰੋ ਜੀ। ਅੰਧ ਕੂਪ ਤਮ ਮੈਂ ਪਰਿਓ ਮਹਾਪਤਤ ਬਿਕਰਾਲ। ਮਹਾਰਾਜ ਮੈਂ ਅੰਨੇ ਖੂਹ ਅਗਿਆਨਤਾ ਦੇ ਖੂਹ ਵਿੱਚ ਪੈ ਗਿਆ ਤੇ ਬਹੁਤ ਹੀ ਜ਼ਿਆਦੇ ਭਿਆਨਕ ਪਤਤ ਮੈਲਾ ਹੋ ਗਿਆ। ਆਪਣੀ ਲਾਜ ਪਛਾਨ ਕੇ ਕਾਢ ਲਿਓ ਪ੍ਰਭ ਦਿਆਲ। ਤੁਸੀਂ ਮਹਾਰਾਜ ਆਪ ਹੀ ਆਪਣੀ ਲੱਜਾ ਜਾਣ ਕਰਕੇ ਹੇ ਪਰਮੇਸ਼ਰ ਦਿਆਲੂ ਹੋ ਕੇ ਸਤਿਗੁਰੂ ਮੈਨੂੰ ਕੱਢ ਲਓ। ਜਿਵੇਂ ਦੇਖੋ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਮੰਝ ਨੂੰ ਕੱਢਿਆ ਖੂਹ ਦੇ ਵਿੱਚੋਂ,
ਬਾਵਰ ਅਧਮ ਉਧਾਰਿਆ ਗਾਵਰ ਔਰ ਅਪਾਰ। ਜਿਵੇਂ ਫੰਦਕ ਨੀਚ ਸੀ ਉਹਦਾ ਉਧਾਰ ਕੀਤਾ ਤੇ ਗਾਵਰ ਔਰ ਬੇਦੀਨੇ ਕਾਫਰਾਂ ਨੂੰ ਵੀ ਤਾਰ ਦਿੱਤਾ। ਮੇਰੀ ਬਾਰ ਅਬਾਰ ਕਿਉਂ ਮੈਂ ਹੂੰ ਅਦਮ ਸਲਾਰ। ਮਹਾਰਾਜ ਮੇਰੀ ਵਾਰੀ ਦੇਰੀ ਕਿਉਂ ਕਰ ਦਿਓ, ਮੈਂ ਤਾਂ ਨੀਚਾਂ ਦਾ ਸਰਦਾਰ ਹਾਂ। ਮੋਹ ਮੈਂ ਗੁਣ ਏਕੋ ਨਹੀਂ ਸਭ ਬਿਦ ਭਰਿਓ ਗੁਨਾਹ। ਮੇਰੇ ਚ ਕੋਈ ਇੱਕ ਵੀ ਗੁਣ ਨਹੀਂ, ਮੈਂ ਤਾਂ ਸਾਰਾ ਗੁਨਾਹਾਂ ਦਾ ਭਰਿਆ ਹੋਇਆ ਹੈ। ਆਪਣਾ ਬਿਰਦ ਪਛਾਨ ਕੇ ਮੇਰੀ ਕਰੋ ਪਨਾਹ। ਤੁਸੀਂ ਆਪਣਾ ਬਿਰਦ ਜਾਣ ਕਰਕੇ ਮਹਾਰਾਜ ਮੇਰੀ ਰੱਖਿਆ ਕਰੋ। ਚੋਰ ਚਤੁਰ ਭੁਜ ਕੀ ਕਥਾ ਲਖੋ ਗਰੀਬ ਨਿਵਾਜ। ਜਿਵੇਂ ਕਹਿੰਦੇ ਇੱਕ ਰਾਜੇ ਦੀ ਕੰਨਿਆ ਸੀ, ਉਹ ਕਹਿੰਦੀ ਮੈਂ ਤਾਂ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਨੀ ਹੈ। ਤੇ ਇੱਕ ਚੋਰ ਸੀ, ਉਹ ਭਾਈ ਚਾਰ ਬਾਹਾਂ ਬਣਾ ਕੇ ਕੋਈ ਚਤੁਰਭੁਜ ਦਾ ਰੂਪ ਬਣ ਕੇ ਉਹ ਚਲਿਆ ਗਿਆ ਸੀ। ਤਾਂ ਭਗਵਾਨ ਨੇ ਆਪਣੇ ਸਰੂਪ ਦਾ ਫਿਰ ਲਾਜ ਰੱਖੀ, ਉਹ ਤੇ ਵੀ ਕਿਰਪਾ ਕੀਤੀ। ਚੋਰ ਚਤੁਰਭੁਜ ਕੀ ਕਥਾ ਲਖੋਂ ਗਰੀਬ ਨਵਾਜ। ਜਿਵੇਂ ਉਹ ਗਰੀਬ ਨਵਾਜ ਕਥਾ ਹੈ, ਤੁਸੀਂ ਉੱਤੇ ਕਿਰਪਾ ਕੀਤੀ। ਜਦਿਅਪ ਪੂਤ ਕਪੂਤ ਹਾਂ ਬਹੁਤ ਪਿਤਾ ਤੋਹਿ ਲਾਜ। ਭਾਵੇਂ ਮੈਂ ਮਹਾਰਾਜ ਪੁੱਤਰ ਤੋਂ ਕਪੁੱਤਰ ਹਾਂ ਹੋ ਗਿਆ, ਪਰ ਤੂੰ ਪਿਤਾ ਹੈ, ਤੈਨੂੰ ਪਿਤਾ ਦੀ ਲਾਜ ਹੈ। ਸਭ ਬਿਦ ਸਾਜ ਸਿੰਗਾਰੀਆ ਕੰਜ ਸੇ ਨਾਹੜੀਆ। ਇਹ ਕਹਿੰਦੇ ਸਭ ਬਿਦ ਸਾਜ, ਮੈਂ ਜਿਹੜੀ ਹੈ ਜਗਿਆਸੂਆਂ ਦੀਆਂ ਬੁੱਧੀਆਂ ਰੂਪੀ ਪਿਆਰ ਮੱਤੀਆਂ, ਇਹ ਸਮਝੋ ਕੰਜ ਕੰਜਕਾਂ ਨੌਜਵਾਨ ਲੜਕੀਆਂ ਜਿਵੇਂ ਸ਼ਿੰਗਾਰੀਆਂ। ਜੇ ਸਹਿ ਕੰਠ ਨ ਲੱਗੀਆਂ ਜਲਣ ਸੇ ਬਾਹੜੀਆ। ਜੇ ਉਹ ਸ਼ੌ ਦੇ ਕੰਠ ਨਾ ਲੱਗੀਆਂ, ਗਲ ਨਾ ਲੱਗੀਆਂ, ਤਾਂ ਵਿਛੋੜੇ ਦੀ ਅੱਗ ਵਿੱਚ ਸੜਦੀਆਂ ਨੇ, ਕਲਪਨਾ ਦੀ ਅੱਗ ਵਿੱਚ ਸੜਦੀਆਂ। ਇਹ ਬਿਰਤੀਆਂ ਰੂਪੀ ਬਾਹਾਂ ਜਿਹੜੀਆਂ ਨੇ ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਜੋ ਸਹਿ ਕੰਠ ਨ ਲੱਗੀਆਂ ਜਲਨ ਸੇ ਬਾਹੜੀਆ, ਉਹ ਤੋਂ ਲਿਆ ਹੈ। ਅੰਗਨ ਰੰਗਨ ਰੰਗੀਆ ਗਰਭ ਗਹਿਲੜੀਆ। ਜਿਨ੍ਹਾਂ ਦੇ ਅੰਗਾਂ ਨੂੰ ਰੰਗਾਂ ਨਾਲ ਰੰਗਿਆ, ਹੰਕਾਰ ਵਿੱਚ ਮਸਤ ਨੇ। ਸੇ ਸਹਿ ਨਹਿ ਮਨ ਭਾਈਆ ਜਰਨ ਵੇਲੜੀਆ। ਉਹ ਫਿਰ ਕਹਿੰਦੇ ਸ਼ੌ ਨੂੰ ਨਾ ਭਾਈਆਂ ਤਾਂ ਨਵੇਂ ਜੋਬਨ ਵਾਲੀਆਂ ਵਿਛੋੜੇ ਵਿੱਚ ਜਲਦੀਆਂ। ਸਭ ਬਿਦ ਮੈਂ ਅਬ ਤੇਰੀਆ ਔਗਣ ਨਾਹੀ ਚਿਤਾਰ। ਤੇ ਮੈਂ ਤਾਂ ਸਭ ਤਰ੍ਹਾਂ ਕਰਕੇ ਤੇਰਾ, ਤੂੰ ਕਿਰਪਾ ਕਰ ਔਗਣ ਨਾ ਚਿਤਾਰ। ਜੇ ਤੂੰ ਖਸਮ ਅਸਾਡੜਾ ਭੋਰੀ ਮਨ ਨਾ ਵਿਸਾਰ। ਜੇ ਤੂੰ ਮੇਰਾ ਖਸਮ ਹੈ ਤਾਂ ਮੈਨੂੰ ਭੋਰਾ ਵੀ ਮਨ ਵਿੱਚੋਂ ਨਾ ਵਿਸਾਰ। ਇਹ ਗੁਰਬਾਣੀ ਦੀਆਂ ਤੁਕਾਂ ਤੋਂ ਭਾਵ ਲਿਆ। ਜੇ ਤੂੰ ਮਿੱਤਰ ਅਸਾਡੜਾ ਹਿੱਕ ਭੋਰੀ ਨਾ ਵਿਛੋੜ। ਸੋ ਤੋ ਸੋ ਦੀਨ ਦਿਆਲ ਨਹਿ ਮੋਹ ਸੋ ਸਾਧ ਗਰੀਬ। ਮਹਾਰਾਜ ਤੇਰੇ ਵਰਗਾ ਦੀਨ ਦਿਆਲ ਕੋਈ ਨਹੀਂ, ਮੇਰੇ ਵਰਗਾ ਕੋਈ ਨਿਮਾਣਾ ਗਰੀਬ ਨਹੀਂ। ਰਾਵਰ ਦਾਸਨ ਚਰਨ ਗਹਿ ਭਏ ਨਸੀਬ ਨਜੀਬ। ਮੈਂ ਮਹਾਰਾਜ ਸੇਵਕ ਨੇ ਤੁਹਾਡੇ ਚਰਨ ਫੜ ਲਏ ਨੇ, ਤੇ ਤਾਂ ਕਰਕੇ ਮੇਰੇ ਨਸੀਬ ਨਜੀਬ ਹੋ ਗਏ, ਭੱਗ ਚੰਗੇ ਹੋ ਗਏ। ਸ੍ਰੀ ਸਤਿਗੁਰ ਗੁਰ ਗ੍ਰੰਥ ਪੁਨ ਪੰਥ ਖਾਲਸਾ ਸਾਰ। ਤੋ ਭਾਈ ਸ੍ਰੀ ਗੁਰੂ ਗ੍ਰੰਥ ਸਤਿਗੁਰੂ 10 ਪਾਤਸ਼ਾਹੀਆਂ, ਗੁਰ ਗ੍ਰੰਥ ਪੁਨ, ਫਿਰ ਗੁਰੂ ਗ੍ਰੰਥ ਸਾਹਿਬ ਔਰ ਸਾਰਾ ਪੰਥ ਖਾਲਸਾ। ਪਦ ਪੰਕਜ ਪਰ ਸਭਨ ਕੇ ਕਰ ਬਹੁ ਬਾਰ ਜੁਹਾਰ। ਕਹਿੰਦੇ ਗਿਆਨੀ ਜੀ ਕਿ ਮੈਂ ਸਾਰਿਆਂ ਦੇ ਚਰਨ ਕਮਲਾਂ ਉੱਤੇ ਬਾਰ-ਬਾਰ ਨਮਸਕਾਰ ਕਰਦਾ। ਕਥਾ ਜਥਾ ਅਵਤਾਰ ਗੁਰ ਧਾਰਨ ਕੀ ਸਭ ਗਾਏ। ਹੁਣ ਭਾਈ ਜਿਵੇਂ ਗੁਰੂ ਸਾਹਿਬ ਨੇ ਅਵਤਾਰ ਧਾਰੇ, ਉਹ ਸਾਰੀ ਮੈਂ ਕਥਾ ਜਿਹੜੀ ਹੈ ਗਾਵਾਂਗਾ। ਉੱਤਰ ਤੋਂ ਥਿਰ ਭਇਓ ਅਬ ਆਹੇ ਚਤੁਰ ਤੋ ਧਿਆਏ। ਇਉਂ ਉਤਰ ਤੋਂ ਥਿਰ ਭਇਓ ਅਬ ਆਹੇ ਚਤੁਰ ਤੋ ਧਿਆਏ। ਕਹਿੰਦੇ ਭਾਈ ਮੈਂ ਖਿਆਲਾਂ ਦੇ ਰਥ ਤੋਂ ਉਤਰ ਕੇ, ਉੱਤਰ ਰਥੋਂ ਥਿਰ ਭਇਓ ਅਬ, ਤੇ ਮੈਂ ਟਿਕ ਕੇ ਬੈਠ ਗਿਆ। ਆਹੇ ਚਤੁਰ ਤੋ ਧਿਆਏ। ਹੁਣ ਇਹ ਚੌਥਾ ਜਿਹੜਾ ਧਿਆਏ ਹੈ, ਇਹ
ਇੱਥੇ ਸਮਾਪਤ ਹੋ ਜਾਂਦਾ ਹੈ। ਇਤ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥੇ ਪੂਰਵਾਰ ਦੇ ਗਿਆਨ ਸਿੰਘ ਵਿਚਰਤੇ ਪਰਜਾ ਆਚਰਨ ਗੁਰ ਅਵਤਾਰ ਧਰਨ ਪ੍ਰਸੰਗ ਵਰਣਨ ਨਾਮ ਚਤੁਰਥ ਵਿਸ਼ਰਾਮ ਭਾਵ ਚੌਥਾ ਅਧਿਆਇ ਇੱਥੇ ਸਮਾਪਤ ਹੁੰਦਾ ਹੈ। ਕੱਲ ਨੂੰ ਅੱਗੇ ਹੁਣ ਮੂਲ ਜਿਹੜੀ ਕਥਾ ਹੈ ਉਹ ਗੁਰੂ ਮਹਾਰਾਜ ਦੇ ਜੀਵਨ ਤੋਂ ਸ਼ੁਰੂ ਹੋਊਗੀ। ਭੁੱਲ ਚੁੱਕ ਦੀ ਖਿਮਾ ਸਾਰੇ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੂ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।